ਸਤਿ ਸ੍ਰੀ ਅਕਾਲ। ਐਲਡੀਡੀ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪਿਆਰੇ ਵਿਦਿਆਰਥੀਓ, ਆਓ ਕਿ ਆਪਾਂ ਕੁਇਕਲੀ ਤਿਆਰੀ ਕਰੀਏ ਪੇਪਰਾਂ ਦੀ। ਸਾਡਾ ਪਹਿਲਾ ਲੇਖ ਪੰਜਾਬੀ ਸੱਭਿਆਚਾਰ, ਜਿਸ ਦੀ ਲੇਖਿਕਾ ਹੈ ਡਾਕਟਰ ਬਰਜਿੰਦਰ ਕੌਰ ਜੀ। ਇਸ ਪਾਠ ਵਿੱਚੋਂ ਕੁਝ ਜ਼ਰੂਰੀ ਪ੍ਰਸ਼ਨ ਤੇ ਉਹਨਾਂ ਦੇ ਉੱਤਰ। ਪਹਿਲਾ ਹੈ ਜੀ, ਜਿੱਥੇ ਪੰਜਾਬੀ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸ ਦਾ ਅਧਿਐਨ ਕਰਦੇ ਸਮੇਂ ਅਸੀਂ ਕੀ ਮਹਿਸੂਸ ਕਰਦੇ ਹਾਂ? ਜਵਾਬ ਹੈ ਇੱਕ ਜਟਿਲ ਵਰਤਾਰਾ। ਅਗਲਾ ਪ੍ਰਸ਼ਨ, ਸੱਭਿਆਚਾਰ ਨਿਸ਼ਚੇ ਹੀ ਉਸ ਕੌਮ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ, ਮਨੌਤਾਂ, ਰਹਿਣ ਸਹਿਣ, ਕਦਰਾਂ ਕੀਮਤਾਂ, ਰੀਤੀ ਰਿਵਾਜ, ਪਹਿਰਾਵੇ, ਬੋਲੀ ਅਤੇ ਥਿਤ ਤਿਉਹਾਰ ਦਾ ਡੈਸ਼ ਹੈ। ਉੱਤਰ ਆਵੇਗਾ ਸੁਮੇਲ। ਅਗਲਾ ਪ੍ਰਸ਼ਨ, ਸੱਭਿਆਚਾਰ ਕਿਹੜੇ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ? ਜਵਾਬ ਹੈ ਜੀ ਸੱਭਿਆ ਪਲੱਸ ਆਚਾਰ। ਅਗਲਾ ਸਵਾਲ, ਅੰਗਰੇਜ਼ੀ ਭਾਸ਼ਾ ਵਿੱਚ ਸੱਭਿਆਚਾਰ ਲਈ ਕਲਚਰ ਸ਼ਬਦ ਵਰਤਿਆ ਜਾਂਦਾ ਹੈ। ਹਾਂ ਜਾਂ ਨਾ ਵਿੱਚ ਜਵਾਬ ਦੇਣਾ। ਸਹੀ ਜਵਾਬ ਹੈਗਾ ਹਾਂ, ਬਿਲਕੁਲ ਸਹੀ। ਹਾਹਾ, ਇਸ ਪਾਠ ਦੇ ਆਧਾਰ 'ਤੇ ਦੱਸੋ ਕਿ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ ਸੀ? ਜਵਾਬ ਹੈ ਰਿਗਵੇਦ। ਕੱਕਾ ਸਵਾਲ, ਰਿਗਵੇਦ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਜਵਾਬ ਹੈ ਸਪਤ ਸਿੰਧੂ। ਅਗਲਾ ਪ੍ਰਸ਼ਨ, ਅਣਵੰਡੇ ਪੰਜਾਬ ਵਿਚਲੇ 5 ਦਰਿਆਵਾਂ ਵਿੱਚੋਂ ਅਜੋਕੇ ਪੰਜਾਬ ਵਿੱਚ ਕਿੰਨੇ ਦਰਿਆ ਰਹਿ ਗਏ ਹਨ? ਉੱਤਰ ਹੈ ਜੀ 2.5 ਦਰਿਆ। ਕਿਹੜੇ-ਕਿਹੜੇ? ਇੱਕ ਸਤਲੁਜ, ਦੂਜਾ ਬਿਆਸ ਤੇ ਥੋੜ੍ਹਾ ਜਿਹਾ ਹਿੱਸਾ ਰਾਵੀ ਦਰਿਆ ਦਾ। ਅਗਲਾ ਪ੍ਰਸ਼ਨ, ਭਾਰਤ ਅਤੇ ਪਾਕਿਸਤਾਨ ਦੀ ਵੰਡ ਕਦੋਂ ਹੋਈ? ਜਵਾਬ ਹੈ 1947 ਈਸਵੀ ਨੂੰ। ਅਗਲਾ ਪ੍ਰਸ਼ਨ, ਹਿਮਾਚਲ ਅਤੇ ਹਰਿਆਣਾ ਹੋਂਦ ਵਿੱਚ ਕਦੋਂ ਆਏ? ਜਵਾਬ ਹੈ ਜੀ 1 ਨਵੰਬਰ 1966 ਨੂੰ। ਉਸ ਤੋਂ ਅਗਲਾ ਪ੍ਰਸ਼ਨ, ਰਿਗਵੇਦ ਦੀ ਰਚਨਾ ਦੇ ਨਾਲ-ਨਾਲ ਹੋਰ ਕਿਹੜੇ ਵਿਆਕਰਨਕ ਗ੍ਰੰਥ ਦੀ ਰਚਨਾ ਪੰਜਾਬ ਦੀ ਧਰਤੀ 'ਤੇ ਹੋਈ ਸੀ? ਜਵਾਬ ਹੈ ਜੀ ਪੜ੍ਹਨੀ ਦਾ ਲਿਖਿਆ ਹੋਇਆ ਨਿਯਮਬੱਧ ਵਿਆਕਰਨਕ ਗ੍ਰੰਥ। ਉਸ ਤੋਂ ਬਾਅਦ ਸਾਡੇ ਕੋਲ ਦੂਸਰਾ ਪਾਠ ਹੈ ਪੰਜਾਬ ਦੇ ਮੇਲੇ ਤੇ ਤਿਉਹਾਰ। ਇਸ ਦੇ ਲੇਖਕ ਦਾ ਨਾਮ ਹੈਗਾ ਆ ਡਾਕਟਰ S.S. ਵਣਜਾਰਾ ਬੇਦੀ। ਪਹਿਲਾ ਪ੍ਰਸ਼ਨ ਇਸ ਪਾਠ ਦਾ, ਮੇਲੇ ਦਾ ਹਰ ਦ੍ਰਿਸ਼ ਮਨ ਮੋਹਣਾ ਅਤੇ ਲੁਭਾਵਣਾ ਹੋਣ ਦੇ ਨਾਲ ਹੋਰ ਕਿਸ ਚੀਜ਼ ਦੀ ਪ੍ਰਤੀਨਿਧਤਾ ਕਰਦਾ ਹੈ? ਜਵਾਬ ਹੈ ਸੱਭਿਆਚਾਰ ਦੀ। ਉਸ ਤੋਂ ਅੱਗੇ, ਪੰਜਾਬ ਦੇ ਬਹੁਤੇ ਮੇਲੇ ਮੌਸਮਾਂ, ਰੁੱਤਾਂ, ਤਿਉਹਾਰਾਂ ਨਾਲ ਸੰਬੰਧਿਤ ਹਨ। ਜਵਾਬ ਹੈ ਬਿਲਕੁਲ ਸਹੀ ਹਾਂ। ਈੜੀ, ਗੁਰੂ ਗੋਬਿੰਦ ਸਿੰਘ ਜੀ ਹੋਲੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਯੋਧਿਆਂ ਦੇ ਦਲ ਬਣਾ ਕੇ ਕੀ ਕਰਵਾਉਂਦੇ ਸਨ? ਜਵਾਬ ਹੈ ਜੀ ਜੰਗੀ ਮੁਕਾਬਲੇ। ਅਗਲਾ ਪ੍ਰਸ਼ਨ, ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ? ਗੁੱਗੇ ਦੀ ਯਾਦ ਵਿੱਚ। ਮੋਹਨਜੋਦੜੋ ਤੇ ਹੜੱਪਾ ਦੀ ਖੁਦਾਈ ਕਰਦੇ ਸਮੇਂ ਲੱਭੀਆਂ ਮੂਰਤੀਆਂ ਵਿੱਚੋਂ ਇੱਕ ਮੂਰਤੀ ਕਿਸ ਦੀ ਸੀ? ਜਵਾਬ ਹੈ ਜੀ ਦੇਵੀ ਮਾਤਾ ਦੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਜਰਗ ਦਾ ਮੇਲਾ ਕਿੱਥੇ ਅਤੇ ਕਿਸ ਨੂੰ ਪਤਿਆਉਣ ਲਈ ਲੱਗਦਾ ਹੈ? ਜਰਗ ਪਿੰਡ ਵਿੱਚ ਸੀਤਲਾ ਦੇਵੀ ਨੂੰ ਪਤਿਆਉਣ ਲਈ। ਅਗਲਾ ਸਵਾਲ, ਇਸ ਮੇਲੇ ਦਾ ਨਾਂ ਰੌਸ਼ਨੀ ਇਸ ਲਈ ਪਿਆ ਕਿ ਮੇਲੇ ਦੇ ਦਿਨੀ ਅਬਦੁਲ ਕਦਾਰ ਜਲਾਨੀ ਦੀ ਕਬਰ ਉੱਤੇ ਅਨੇਕਾਂ ਡੈਸ਼ ਬਾਲੇ ਜਾਂਦੇ ਹਨ। ਉੱਤਰ ਹੈ ਜੀ ਚਿਰਾਗ। ਅਗਲਾ ਸਵਾਲ, ਮਾਘੀ ਵਾਲੇ ਦਿਨ ਮੁਕਤਸਰ ਦੇ ਪਾਵਨ ਸਰੋਵਰ ਵਿੱਚ ਸੰਗਤਾਂ ਕੀ ਕਰਦੀਆਂ ਹਨ? ਜਵਾਬ ਹੈ ਜੀ ਮੱਥਾ ਟੇਕਦੀਆਂ ਹਨ ਤੇ ਇਸ਼ਨਾਨ ਕਰਦੀਆਂ ਹਨ। ਘੱਗਾ, ਰੁੱਤ ਦਾ ਸਵਾਦ ਮਾਣਨ ਲਈ ਨਵੀਂ ਕਣਕ ਦੀਆਂ ਬੱਲੀਆਂ ਅਤੇ ਛੋਲਿਆਂ ਦੀਆਂ ਹੌਲਾਂ ਭੁੰਨ ਕੇ ਕਿਹੜੇ ਮਹੀਨੇ ਖਾਧੀਆਂ ਜਾਂਦੀਆਂ ਹਨ? ਉੱਤਰ ਹੈ ਜੀ ਚੇਤਰ ਤੇ ਅੱਸੂ। ਕੋਲ ਤੀਸਰਾ ਪਾਠ ਹੈ ਪੰਜਾਬ ਦੇ ਰਸਮ ਰਿਵਾਜ। ਇਹਦੇ ਲੇਖਕ ਨੇ ਗੁਲਜ਼ਾਰ ਸਿੰਘ ਸੰਧੂ ਜੀ। ਇਸ ਪਾਠ ਦਾ ਪਹਿਲਾ ਸਵਾਲ, ਪੰਜਾਬ ਦੇ ਰਸਮ ਰਿਵਾਜ ਦੇ ਆਧਾਰ 'ਤੇ ਦੱਸੋ ਕਿ ਜੀਵਨ ਨਾਟਕ ਦੀਆਂ ਝਾਕੀਆਂ ਦੇ ਰੰਗਮੰਚ ਆਮ ਤੌਰ 'ਤੇ ਕਿਹੜੇ ਹੁੰਦੇ ਹਨ? ਇਹਦੇ ਵਿੱਚ 3 ਨੇ ਜੀ। ਪਹਿਲਾ ਜਨਮ, ਦੂਜਾ ਵਿਆਹ ਤੇ ਤੀਜਾ ਮੌਤ। ਅਗਲਾ ਸਵਾਲ, ਮੁੱਢਲਾ ਮਨੁੱਖ ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਕਰਨ ਸਮੇਂ ਦੈਵੀ ਤਾਕਤਾਂ ਨੂੰ
ਕਿਉਂ ਰਚਾਉਂਦਾ ਸੀ? ਕਿਉਂਕਿ ਉਸ ਨੂੰ ਭੈ ਸੀ। ਜਵਾਬ ਹੈਗਾ ਭੈ ਕਾਰਨ। ਅਗਲਾ ਸਵਾਲ, ਪੰਜਾਬ ਦੇ ਰਸਮ ਰਿਵਾਜਾਂ ਦੀ ਸਾਂਭ ਸੰਭਾਲ ਦਾ ਵਰਣਨ ਕਿਉਂ ਕਰਨਾ ਜ਼ਰੂਰੀ ਹੋ ਗਿਆ ਹੈ? ਕਿਉਂਕਿ ਅਲੋਪ ਹੋਣ ਦੇ ਡਰ ਕਾਰਨ। ਉਸ ਤੋਂ ਅਗਲਾ ਸਵਾਲ ਹੈ, ਬਿਰਖ ਦੀ ਟਾਹਣੀ ਜਾਂ ਹਰੀ ਘਾਹ, ਜਿਸ ਨੂੰ ਦੰਭ ਵੀ ਕਹਿੰਦੇ ਹਨ, ਚੰਗੇ ਸ਼ਗਨਾਂ ਦੀ ਸੂਚਕ ਮੰਨੀ ਜਾਂਦੀ ਹੈ। ਜਵਾਬ ਹੈ ਬਿਲਕੁਲ ਹਾਂ, ਸਹੀ। ਉਸ ਤੋਂ ਅਗਲਾ ਸਵਾਲ, ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ 2 ਰਸਮਾਂ ਕੀਤੀਆਂ ਜਾਂਦੀਆਂ ਹਨ? ਗੁੜਤੀ ਤੇ ਛਟੀ ਦੀ ਰਸਮ। ਅਗਲਾ ਪ੍ਰਸ਼ਨ, ਹਿੰਦੂ ਪਰਿਵਾਰਾਂ ਵਿੱਚ ਬੱਚੇ ਦਾ ਮੁੰਡਨ ਸੰਸਕਾਰ ਕਦੋਂ ਕੀਤਾ ਜਾਂਦਾ ਹੈ? 3 ਤੋਂ 5ਵੇਂ ਵਰ੍ਹੇ ਵਿੱਚ। ਅਗਲਾ ਸਵਾਲ, ਅੱਜ ਕੱਲ੍ਹ ਕੁੜੀਆਂ ਮਾਪਿਆਂ ਉੱਤੇ ਭਾਰ ਨਾ ਹੋਣ ਕਾਰਨ ਉਹਨਾਂ ਦਾ ਘਰ ਵਿੱਚ ਕੀ ਸਥਾਨ ਬਣ ਗਿਆ ਹੈ? ਜਵਾਬ ਹੈ ਸਤਿਕਾਰਯੋਗ। ਅਗਲਾ ਪ੍ਰਸ਼ਨ, ਮੁੰਡੇ ਕੁੜੀਆਂ ਦੇ ਜਵਾਨ ਹੋਣ 'ਤੇ ਵਿਆਹ ਤੋਂ ਪਹਿਲਾਂ ਕਿਹੜੀ ਰਸਮ ਕੀਤੀ ਜਾਂਦੀ ਹੈ? ਰੋਕਣ ਦੀ ਜਾਂ ਠਾਕਣ ਦੀ? ਅਗਲਾ ਪ੍ਰਸ਼ਨ, ਵਿਆਹ ਤੋਂ ਪਹਿਲਾਂ ਉਹ ਕਿਹੜੀ ਵੱਡੀ ਰੀਤ ਹੈ ਜਿਹੜੀ ਬੰਨੜੇ ਅਤੇ ਬੰਨੜੀ, ਮਤਲਬ ਵਿਆਹੇ ਜਾਣ ਵਾਲੇ ਮੁੰਡੇ ਤੇ ਵਿਆਹੀ ਜਾਣ ਵਾਲੀ ਕੁੜੀ ਦੋਹਾਂ ਲਈ ਕੀਤੀ ਜਾਂਦੀ ਹੈ? ਉਹ ਹੈ ਜੀ ਵਟਣੇ ਜਾਂ ਮਾਈਆਂ ਲਾਉਣਾ, ਜਿਹਨੂੰ ਕਹਿ ਦਿੰਦੇ ਆਪਾਂ। ਅਗਲਾ ਪ੍ਰਸ਼ਨ, ਸ਼ਗਨ ਪਵਾਉਣ ਵਾਲੀ ਕੁੜੀ ਲਈ ਲਾਲ ਪ੍ਰਾਪਤੀ ਕਿਸ ਚੀਜ਼ ਦੀ ਨਿਸ਼ਾਨੀ ਮੰਨੀ ਜਾਂਦੀ ਹੈ? ਸ਼ਗਨਾਂ ਦੀ। ਅਗਲਾ ਪ੍ਰਸ਼ਨ, ਹੰਗਾਮੇ ਸਮੇਂ ਕਿਹੜੀ ਰਸਮ ਕੀਤੀ ਜਾਂਦੀ ਹੈ? ਜਵਾਬ ਹੈ ਦਸਤਾਰਬੰਦੀ ਦੀ। ਅਗਲਾ ਪ੍ਰਸ਼ਨ, ਮੁਸਲਮਾਨ ਮ੍ਰਿਤਕ ਦੇਹ ਲਈ ਕਿਹੜੀ ਰਸਮ ਕਰਦੇ ਹਨ? ਉੱਤਰ ਹੈ ਦਫਨਾਉਂਦੇ ਹਨ। ਅਗਲਾ ਪ੍ਰਸ਼ਨ, ਕਪਾਲ ਕਿਰਿਆ ਤੋਂ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ। ਸਹੀ ਜਾਂ ਗਲਤ? ਬਿਲਕੁਲ ਸਹੀ। ਅਗਲਾ ਲੇਖ, ਪੰਜਾਬ ਦੀਆਂ ਲੋਕ ਖੇਡਾਂ। ਇਸ ਲੇਖ ਦੇ ਲੇਖਕ ਦਾ ਨਾਮ ਸੁਖਦੇਵ ਮਾਦਪੁਰੀ। ਸਾਡਾ ਇਸ ਪਾਠ ਦਾ ਪਹਿਲਾ ਪ੍ਰਸ਼ਨ ਹੈ, ਪੰਜਾਬ ਦੀਆਂ ਲੋਕ ਖੇਡਾਂ ਦੇ ਆਧਾਰ 'ਤੇ ਦੱਸੋ ਕਿ ਲੋਕ ਖੇਡਾਂ ਪੰਜਾਬੀ ਲੋਕ ਜੀਵਨ ਦਾ ਕਿਹੜਾ ਅੰਗ ਰਹੀਆਂ ਹਨ? ਜਵਾਬ ਹੈ ਅਨਿੱਖੜਵਾਂ ਅੰਗ। ਉਸ ਤੋਂ ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਖੇਡਾਂ ਇੱਕ ਸਹਿਜ ਕਰਮ ਹੈ, ਦੱਸੋ ਸਹੀ ਜਾਂ ਗਲਤ? ਉੱਤਰ ਹੈ ਸਹੀ, ਹਾਂ। ਅਗਲਾ ਪ੍ਰਸ਼ਨ, ਇਸ ਪਾਠ ਦੇ ਆਧਾਰ 'ਤੇ ਦੱਸੋ ਕਿ ਪੰਜਾਬੀਆਂ ਦਾ ਸੁਭਾਅ, ਰਹਿਣ ਸਹਿਣ, ਖਾਣ ਪੀਣ ਅਤੇ ਨੈਤਿਕ ਕਦਰਾਂ ਕੀਮਤਾਂ ਕਿਸ ਵਿੱਚੋਂ ਝਲਕਦੀਆਂ ਹਨ? ਜਵਾਬ ਹੈ ਲੋਕ ਖੇਡਾਂ ਵਿੱਚੋਂ। ਅਗਲਾ ਪ੍ਰਸ਼ਨ ਹੈ ਜੀ, ਉੱਕੜ ਦੁੱਕੜ ਭੰਬਾ ਭੌ 80 90 ਪੂਰਾ 100, ਖੋਟੇ ਦੀ ਖਟਿਆਈ ਬੇਬੇ ਦੌੜੀ ਦੌੜੀ ਆਈ। ਉਪਰੋਕਤ ਗੀਤ ਬੱਚੇ ਕਦੋਂ ਗਾਉਂਦੇ ਹਨ? ਆੜੀ ਮੰਗਣ ਸਮੇਂ ਜਾਂ ਆੜੀ ਨੂੰ ਚੁਣਨ ਸਮੇਂ। ਅਗਲਾ ਪ੍ਰਸ਼ਨ ਹੈ ਜੀ, ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਡੈਸ਼ 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 ਰਹੀਆਂ ਹਨ। ਇਹਦੇ ਵਿੱਚ ਆਉਣਾ ਆ ਪੰਜਾਬੀਆਂ ਲਈ ਖਿੱਚ ਭਰਪੂਰ ਰਹੀਆਂ ਹਨ। ਠੀਕ ਹੈ ਜੀ, ਇਹ 17 ਪੂਰੀਆਂ ਕਰਨੀਆਂ, ਭਾਵ ਖਾਲੀ ਥਾਂ ਭਰਨ ਵਾਸਤੇ ਸਵਾਲ ਪੁੱਛਿਆ ਜਾ ਸਕਦਾ। ਅਗਲਾ ਪ੍ਰਸ਼ਨ, ਪੰਜਾਬੀਆਂ ਦੀ ਕਬੱਡੀ ਖੇਡ ਜਿਸ ਰਾਹੀਂ ਪੰਜਾਬੀਆਂ ਦੇ ਸੁਭਾਅ ਅਤੇ ਉਹਨਾਂ ਦੇ ਸਰੀਰਕ ਬਲ ਦਾ ਪ੍ਰਗਟਾਵਾ ਹੁੰਦਾ ਹੈ ਨੂੰ ਕਿਹੜੇ ਨਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ? ਇਹ ਰਾਸ਼ਟਰੀ ਖੇਡ ਹੈ ਜੀ। ਅਗਲਾ ਪ੍ਰਸ਼ਨ, ਪੰਜਾਬੀ ਜਵਾਨਾਂ ਦੀ ਮਨਪਸੰਦ ਖੇਡ ਦਾ ਨਾਮ ਦੱਸੋ? ਸੌਂਚੀ ਪੱਕੀ, ਇਹ ਵੀ ਕਬੱਡੀ ਦਾ ਇੱਕ ਰੂਪ ਆ। ਅਗਲਾ ਪ੍ਰਸ਼ਨ, ਅੱਡੀ ਛੜੱਪਾ ਜਾਂ ਅੱਡੀ ਟੱਪਾ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ, ਗਲਤ ਜਾਂ ਸਹੀ? ਜਵਾਬ ਹੈ ਜੀ ਸਹੀ, ਬਿਲਕੁਲ ਹਾਂ। ਅਗਲਾ ਪ੍ਰਸ਼ਨ, ਮੁੰਡੇ ਅਤੇ ਕੁੜੀਆਂ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ? ਜਵਾਬ ਹੈ ਸ਼ੱਕਰ ਭਿੱਜੀ। ਉਸ ਤੋਂ ਅਗਲਾ ਪ੍ਰਸ਼ਨ, ਇਸ ਪਾਠ ਦੇ ਆਧਾਰ 'ਤੇ ਦੱਸੋ ਕਿ ਮੁੰਡੇ ਤੇ ਕੁੜੀਆਂ ਸਿਆਲ ਦੀ ਰੁੱਤ ਵਿੱਚ ਕਿਹੜੀ ਖੇਡ ਖੇਡਦੇ ਹਨ? ਜਵਾਬ ਹੈ ਬਾਂਦਰ ਕਿੱਲਾ। ਉਸ ਤੋਂ ਅਗਲਾ ਪਾਠ ਸਾਡੇ ਕੋਲ ਹੈਗਾ ਜੀ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ। ਇਹਦੇ ਲੇਖਕ ਦਾ ਨਾਮ ਹੈਗਾ ਜੀ ਕਿਰਪਾਲ ਕਜ਼ਾਕ। ਪਹਿਲਾ ਪ੍ਰਸ਼ਨ, ਕਿਹੜੇ ਕਿੱਤਿਆਂ ਦੀ ਮੁਹਾਰਤ ਕਾਰਨ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ ਹੈ? ਜਵਾਬ ਹੈ ਲੋਕ ਕਿੱਤੇ। ਅਗਲਾ ਪ੍ਰਸ਼ਨ, ਸੰਸਕ੍ਰਿਤ ਵਿੱਚ ਹੱਥ ਨੂੰ ਕੀ ਕਿਹਾ ਜਾਂਦਾ ਹੈ? ਜਵਾਬ ਹੈ ਕਰ। ਅਗਲਾ ਸਵਾਲ, ਲੋਕ ਕਿੱਤਾ ਕਿਸ ਨੂੰ ਕਿਹਾ ਜਾਂਦਾ ਹੈ? ਉੱਤਰ ਪਿਤਾ ਪੁਰਖੀ ਕੰਮ ਨੂੰ। ਅਗਲਾ ਪ੍ਰਸ਼ਨ,
ਘੜਾ, ਚਾਟੀ, ਬਲਣੀ, ਕੁੱਜਾ, ਦੀਵਾ, ਚੱਪਣ, ਮੱਟ, ਵਲਟੋਹੀ ਆਦਿ ਵਸਤਾਂ ਭਾਂਡੇ ਕੌਣ ਬਣਾਉਂਦਾ ਹੈ? ਤਾਂ ਜਵਾਬ ਹੈ ਘੁਮਿਆਰ। ਅਗਲਾ ਸਵਾਲ, ਸਰੋਂ, ਤਾਰਾ, ਮੀਰਾ, ਵੜੇਵੇਂ ਆਦਿ ਬੀਜਾਂ ਵਿੱਚੋਂ ਕੀ ਨਿਕਲਦਾ ਹੈ? ਜਵਾਬ ਹੈ ਤੇਲ। ਅਗਲਾ ਪ੍ਰਸ਼ਨ, ਬਾਗ ਅਤੇ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਉੱਪਰ ਕੀਤੀ ਜਾਂਦੀ ਹੈ? ਉੱਤਰ ਹੈ ਰੰਗੇ ਹੋਏ ਖੱਦਰ ਦੇ ਕੱਪੜੇ ਉੱਪਰ। ਅਗਲਾ ਪ੍ਰਸ਼ਨ, ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸੁਹਜ, ਸਾਦਗੀ ਅਤੇ ਕਲਾਤਮਕ ਗੁਣਾਂ ਕਰਕੇ ਕਿਸ ਕਲਾ ਦਾ ਜਨਮ ਹੋਇਆ? ਲੋਕ ਕਲਾ ਦਾ ਜਨਮ ਹੋਇਆ। ਜਵਾਬ ਹੈ ਲੋਕ ਕਲਾ ਦਾ। ਅਗਲਾ ਪ੍ਰਸ਼ਨ, ਸ਼ਾਸਤਰੀ ਕਲਾ ਦੇ ਨਿਯਮ ਕਿਹੋ ਜਿਹੇ ਹੁੰਦੇ ਹਨ? ਉੱਤਰ ਲਿਖਤੀ। ਅਗਲਾ ਪ੍ਰਸ਼ਨ, ਵਿਆਹ ਵਿੱਚ ਫੇਰਿਆਂ ਸਮੇਂ ਲਾੜੀ ਸਿਰ ਉੱਪਰ ਕਿਹੜਾ ਕੱਪੜਾ ਲੈਂਦੀ ਹੈ? ਉੱਤਰ ਹੈ ਜੀ ਸੁੱਬਰ। ਇਹ ਫੁਲਕਾਰੀ ਦਾ ਇੱਕ ਰੂਪ ਆ। ਅਗਲਾ ਪ੍ਰਸ਼ਨ, ਕਾਗਜ਼ ਜਾਂ ਗੱਤਾ ਰਲ ਕੇ ਬਣਾਏ ਬੋਹੀਏ ਅਤੇ ਗੋਹਟੇ ਕਿਹੜੀ ਮਿੱਟੀ ਤੋਂ ਬਣਾਏ ਜਾਂਦੇ ਹਨ? ਪਾਂਡੋ ਚੀਕਣੀ ਮਿੱਟੀ ਤੋਂ ਬਣਾਏ ਜਾਂਦੇ ਜੀ। ਜਵਾਬ ਇਹਦਾ। ਸਵਾਲ ਹੈ ਜੀ, ਇਸਤਰੀਆਂ ਸ਼ਤੀਰਾਂ, ਕੁੜੀਆਂ ਥੱਲੇ ਕੰਧਾਂ ਉੱਤੇ ਨੀਲ, ਸ਼ਿਗਰਫ, ਪੀਲੀ ਮਿੱਟੀ, ਕਾਲਖ ਜਾਂ ਹਿਰਚਮੀ ਨਾਲ ਕੀ ਵਾਹੁੰਦੀਆਂ ਹਨ? ਜਵਾਬ ਹੈ ਕਈ ਪ੍ਰਕਾਰ ਦੇ ਨਮੂਨੇ। ਅਗਲਾ ਸਵਾਲ, ਪੰਜਾਬ ਦੀਆਂ ਲੋਕ ਕਲਾਵਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਕਿੱਥੋਂ ਪ੍ਰਾਪਤ ਕੀਤੀ ਜਾਂਦੀ ਹੈ? ਜਵਾਬ ਹੈ ਚੌਗਿਰਦੇ ਵਿੱਚੋਂ, ਭਾਵ ਆਲੇ ਦੁਆਲੇ ਵਿੱਚੋਂ। ਸਾਡੇ ਕੋਲ ਅਗਲਾ ਪਾਠ ਹੈ ਪੰਜਾਬ ਦੇ ਲੋਕ ਨਾਚ, ਜਿਸ ਦਾ ਲੇਖਕ ਡਾਕਟਰ ਜਗੀਰ ਸਿੰਘ ਨੂਰ ਹੈ। ਸਾਡੇ ਕੋਲ ਪਹਿਲਾ ਸਵਾਲ ਹੈ ਜੀ ਇਸ ਪਾਠ ਦਾ, ਪੰਜਾਬ ਦੇ ਲੋਕ ਨਾਚ ਕਿਸ ਪ੍ਰਕਾਰ ਦੀ ਕਲਾ ਹਨ? ਲੋਕ ਕਲਾ। ਜਵਾਬ ਹੈ ਲੋਕ ਕਲਾ। ਅਗਲਾ ਪ੍ਰਸ਼ਨ, ਪੰਜਾਬ ਵਿੱਚ 5000 ਪੂਰਵ ਈਸਵੀ ਤੋਂ ਕਿਹੜੇ ਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ? ਜਵਾਬ ਹੈ ਲੋਕ ਨਾਚ। ਅਗਲਾ ਸਵਾਲ, ਪੰਜਾਬ ਦੇ ਸਮੁੱਚੇ ਲੋਕ ਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ, ਸਹੀ ਜਾਂ ਗਲਤ? ਜਵਾਬ ਹੈ ਜੀ ਸਹੀ, ਹਾਂ। ਅਗਲਾ ਸਵਾਲ, ਪੰਜਾਬ ਦੇ ਲੋਕ ਨਾਚਾਂ ਦਾ ਵਰਗੀਕਰਨ ਕਿਹੜੇ ਦੋ ਪੱਧਰਾਂ 'ਤੇ ਕੀਤਾ ਜਾਂਦਾ ਹੈ? ਜਵਾਬ ਹੈ ਇਸਤਰੀਆਂ ਦੇ ਲੋਕ ਨਾਚ ਅਤੇ ਨੰਬਰ 2 ਮਰਦਾਵੇਂ ਲੋਕ ਨਾਚ। ਅਗਲਾ ਸਵਾਲ, ਇਸਤਰੀਆਂ ਦੇ ਲੋਕ ਨਾਚਾਂ ਦੇ ਨਾਂ ਦੱਸੋ, ਜਿਨ੍ਹਾਂ ਵਿੱਚ ਉੱਤਰ ਹੈ ਜੀ ਗਿੱਧਾ, ਕਿੱਕਲੀ ਤੇ ਸੰਮੀ। ਅਗਲਾ ਸਾਡੇ ਕੋਲ ਸਵਾਲ ਹੈ ਜੀ, ਸੰਮੀ ਮਰੀ ਵਣ ਕੂ ਤਾਂ ਮੇਰੇ ਵੀਰ ਦੀ ਵਣ, ਸੰਮੀ ਮੇਰੀ ਵਣ। ਖਾਵਣ ਵਾਲੇ ਆ ਗਏ ਵਣ ਸੰਮੀਆਂ। ਉਪਰੋਕਤ ਗੀਤ ਕਿਸ ਲੋਕ ਨਾਚ ਦੀਆਂ ਸਤਰਾਂ ਹਨ? ਜਵਾਬ ਹੈ ਜੀ ਸੰਮੀ, ਭਾਵ ਇਹ ਸੰਮੀ ਵੇਲੇ ਗਾਇਆ ਜਾਣ ਵਾਲਾ ਲੋਕ ਗੀਤ ਆ। ਅਗਲਾ ਸਵਾਲ, ਪੱਛਮੀ ਪੰਜਾਬ ਵਿੱਚ ਕਿਹੜਾ ਲੋਕ ਨਾਚ ਮਰਦਾਂ ਤੇ ਔਰਤਾਂ ਦੋਵਾਂ ਵੱਲੋਂ ਨੱਚਿਆ ਜਾਂਦਾ ਸੀ? ਉੱਤਰ ਹੈ ਜੀ ਗਿੱਧਾ। ਅਗਲਾ ਸਵਾਲ, ਮਰਦਾਂ ਦੇ ਲੋਕ ਨਾਚਾਂ ਦੇ ਨਾਂ ਦੱਸੋ। ਨੰਬਰ 1 ਭੰਗੜਾ, ਨੰਬਰ 2 ਝੂਮਰ, ਨੰਬਰ 3 ਮਰਦਾਂ ਦਾ ਗਿੱਧਾ। ਅਗਲਾ ਸਵਾਲ, ਉਹ ਕਿਹੜਾ ਲੋਕ ਸਾਜ਼ ਹੈ ਜਿਸ ਦੀ ਸਰਲ ਤਾਲ 'ਤੇ ਲੋਕ ਨਾਚ ਭੰਗੜਾ ਨੱਚਿਆ ਜਾਂਦਾ ਹੈ? ਜਵਾਬ ਹੈ ਜੀ ਢੋਲ। ਅਗਲਾ ਸਵਾਲ, ਭੰਗੜੇ ਦੀ ਟੋਲੀ ਵਿੱਚ ਬੋਲੀ ਕੌਣ ਪਾਉਂਦਾ ਹੈ? ਇਸ ਟੋਲੀ ਵਿੱਚ ਕੋਈ ਨਚਾਰ, ਢੋਲਚੀ ਜਾਂ ਲਾਕੜੀ? ਅਗਲਾ ਸਵਾਲ, ਮਰਦਾਂ ਦਾ ਉਹ ਕਿਹੜਾ ਨਾਚ ਹੈ ਜਿਸ ਨੂੰ ਇਸਤਰੀ ਨਾਚ ਵੀ ਸਮਝ ਲਿਆ ਜਾਂਦਾ ਹੈ? ਜਵਾਬ ਹੈ ਜੀ ਲੁੱਡੀ। ਸਾਡੇ ਕੋਲ ਅਗਲਾ ਪਾਠ ਹੈ ਪੰਜਾਬ ਦੀਆਂ ਲੋਕ ਨਕਲਾਂ, ਜਿਸ ਦਾ ਲੇਖਕ ਪਿਆਰਾ ਸਿੰਘ ਖੁੰਡਾ। ਇਸ ਪਾਠ ਦਾ ਪਹਿਲਾ ਸਵਾਲ ਬਣਦਾ, ਪੰਜਾਬ ਦੀਆਂ ਲੋਕ ਨਕਲਾਂ ਪਾਠ ਦੇ ਆਧਾਰ 'ਤੇ ਦੱਸੋ ਕਿ ਲੋਕ ਨਕਲਾਂ ਨੂੰ ਹੋਰ ਕੀ ਕਹਿੰਦੇ ਹਨ? ਜਵਾਬ ਹੈ ਜੀ ਭੰਡ, ਭੰਡੋਤੀ। ਅਗਲਾ ਸਵਾਲ, ਨਕਲਾਂ ਕਰਨ ਵਾਲੇ ਕਲਾਕਾਰ ਨੂੰ ਕੀ ਕਿਹਾ ਜਾਂਦਾ ਹੈ? ਜਵਾਬ ਹੈ ਜੀ ਨਕਲੀਆ। ਅਗਲਾ ਸਵਾਲ, ਕੁਝ ਖੋਜੀਆਂ ਦਾ ਵਿਚਾਰ ਹੈ ਕਿ ਸਵਾਂਗੀ ਅਨਆਰੀਆ ਭਾਰਤ ਜਾਤੀ ਵਿੱਚੋਂ ਸਨ, ਹਾਂ ਜਾਂ ਨਾ? ਜਵਾਬ ਹੈ ਜੀ ਹਾਂ, ਬਿਲਕੁਲ ਸਨ। ਅਗਲਾ ਸਵਾਲ, ਉਹ ਕਿਹੜੀ ਨਕਲ ਹੈ ਜਿਸ ਨੂੰ ਦੋ ਹੀ ਕਲਾਕਾਰ ਖੇਡਦੇ ਹਨ? ਜਵਾਬ ਹੈ ਨਿੱਕੀਆਂ ਨਕਲਾਂ। ਉਸ ਤੋਂ ਅਗਲਾ ਸਵਾਲ, ਕਿਹੜੀਆਂ ਨਕਲਾਂ ਨੂੰ ਖੇਡਣ ਵਾਲੇ ਪਾਤਰ ਰੰਗਾ ਅਤੇ ਬਿਗਲਾ ਹੁੰਦੇ ਹਨ?
ਜਵਾਬ ਹੈ ਜੀ ਲੰਮੀਆਂ ਨਕਲਾਂ। ਅਗਲਾ ਸਵਾਲ, ਪੈਸੇ ਮਿਲਣ ਤੇ ਨਕਲ ਨੂੰ ਉੱਥੇ ਰੋਕ ਕੇ ਪੈਸੇ ਦੇਣ ਵਾਲੇ ਦੀ ਉੱਚੀ ਹੇਕ ਵਿੱਚ ਡੈਸ਼ ਕਰਦੇ ਹਨ। ਵੇਲ ਭਾਵ ਉਹਦੀ ਗੁਣ ਗਾਉਣ ਲੱਗ ਜਾਂਦੇ ਹਨ, ਉਹਨੂੰ ਅਸੀਸਾਂ ਦੇਣ ਲੱਗ ਜਾਂਦੇ ਆ। ਅਗਲਾ ਸਵਾਲ, ਪੰਜਾਬੀ ਸੱਭਿਆਚਾਰ ਅਨੁਸਾਰ ਨਕਲਾਂ ਮੁੱਖ ਤੌਰ 'ਤੇ ਕਿਹੜੇ ਸਮੇਂ 'ਤੇ ਖੇਡੀਆਂ ਜਾਂਦੀਆਂ ਹਨ? ਜਵਾਬ ਹੈ ਜੀ ਮੁੰਡੇ ਦੇ ਜਨਮ ਸਮੇਂ, ਮੁੰਡੇ ਦੇ ਵਿਆਹ ਸਮੇਂ ਜਾਂ ਫਿਰ ਮੇਲੇ ਤੇ ਤਿਉਹਾਰ ਸਮੇਂ। ਅਗਲਾ ਸਵਾਲ, ਵਿਆਹ ਹੋਣ 'ਤੇ ਭੰਡ ਕਿਹੜੇ ਦਿਨ ਤਬਲਾ ਆ ਖੜਕਾਉਂਦੇ ਹਨ? ਜਵਾਬ ਹੈ ਵਿਆਹ ਤੋਂ ਅਗਲੇ ਦਿਨ। ਅਗਲਾ ਪ੍ਰਸ਼ਨ ਹੈ ਜੀ, ਆਧੁਨਿਕ ਤਕਨਾਲੋਜੀ ਕਰਕੇ ਮਨੋਰੰਜਨ ਦੇ ਨਵੇਂ ਸਾਧਨ ਵਧਣ ਦੇ ਬਾਵਜੂਦ ਲੋਕ ਨਕਲਚੀਆਂ ਜਾਂ ਨਕਲੀਆਂ ਨੂੰ ਕਿਵੇਂ ਵੇਖਦੇ ਹਨ? ਬੜੀ ਦਿਲਚਸਪੀ ਦੇ ਨਾਲ ਵੇਖਦੇ ਹਨ। ਅਗਲਾ ਸਵਾਲ, ਕਦੀ ਮੇਲੇ ਤਿਉਹਾਰ ਉੱਤੇ ਕੌਣ ਲੋਕ ਇਕੱਠੇ ਹੋ ਕੇ ਨਕਲੀਆਂ ਨੂੰ ਸੱਦ ਲੈਂਦੇ ਹਨ? ਤਾਂ ਜਵਾਬ ਹੈ ਆਮ ਲੋਕ। ਇਸ ਪਾਠ ਤੋਂ ਬਾਅਦ ਸਾਡੇ ਕੋਲ ਸਾਡਾ 8ਵਾਂ ਤੇ ਆਖਰੀ ਜਿਹੜਾ ਲੇਖ ਹੈ ਉਹ ਹੈ ਪੰਜਾਬੀ ਸੱਭਿਆਚਾਰਕ ਪਰਿਵਰਤਨ, ਜਿਸ ਦੇ ਲੇਖਕ ਦਾ ਨਾਮ ਡਾਕਟਰ ਰਜਿੰਦਰ ਪਾਲ ਸਿੰਘ ਬਰਾੜ ਹੈ। ਇਹਦੇ ਵੀ ਕੁਝ ਸੰਖੇਪ ਸਵਾਲ ਜ਼ਰੂਰ ਕਰ ਲੈਣੇ ਚਾਹੀਦੇ ਆ। ਪਹਿਲਾ ਸਵਾਲ, ਪੰਜਾਬੀ ਸੱਭਿਆਚਾਰਕ ਪਰਿਵਰਤਨ ਪਾਠ ਦੇ ਆਧਾਰ 'ਤੇ ਦੱਸੋ ਕਿ ਇਸ ਵਿੱਚ ਵਗਦਾ ਦਰਿਆ ਕਿਸ ਨੂੰ ਕਿਹਾ ਗਿਆ ਹੈ? ਜਵਾਬ ਹੈ ਸੱਭਿਆਚਾਰ ਨੂੰ। ਅਗਲਾ ਸਵਾਲ, ਨਵੇਂ ਸੱਭਿਆਚਾਰ ਪੱਖੀ ਕਈ ਵਾਰ ਆਪਣੇ ਵਿਰਸੇ ਨੂੰ ਵੀ ਭੁੱਲ ਜਾਂਦੇ ਹਨ। ਜਵਾਬ ਹੈ ਹਾਂ, ਸਹੀ। ਅਗਲਾ ਸਵਾਲ, ਪੰਜਾਬੀ ਸੱਭਿਆਚਾਰ ਦੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਕੀ ਸਮਝਿਆ ਜਾਂਦਾ ਸੀ? ਜਵਾਬ ਹੈ ਪੈਰ ਦੀ ਜੁੱਤੀ। ਅਗਲਾ ਸਵਾਲ, ਸਾਡੇ ਪੰਜਾਬੀ ਸੱਭਿਆਚਾਰ 'ਤੇ ਕਿਹੜੀ ਚੀਜ਼ ਦਾ ਵੱਡਾ ਧੱਬਾ ਹੈ? ਜਵਾਬ ਹੈ ਜੀ ਸ਼ਰਾਬ ਤੇ ਨਸ਼ੇ ਦਾ। ਇਸ ਕਰਕੇ ਸ਼ਰਾਬ ਤੇ ਨਸ਼ੇ ਤੋਂ ਹਮੇਸ਼ਾ ਬਚ ਕੇ ਰਹਿਣਾ। ਅਗਲਾ ਪ੍ਰਸ਼ਨ ਹੈਗਾ ਜੀ, ਪਿੰਡਾਂ ਵਿੱਚ ਸਾਉਣ ਮਹੀਨੇ ਪੂਰਾ ਪੰਦਰਵਾੜਾ ਲੱਗਣ ਵਾਲੀਆਂ ਤੀਆਂ ਵਿਆਹੀਆਂ ਕੁੜੀਆਂ ਦੇ ਮਿਲਣ ਦਾ ਸਾਧਨ ਅਤੇ ਕੁਆਰੀਆਂ ਕੁੜੀਆਂ ਲਈ ਡੈਸ਼ ਸਿੱਖਣ ਦੀ ਵਰਕਸ਼ਾਪ ਸੀ। ਜਵਾਬ ਹੈ ਗਿੱਧਾ। ਅਗਲਾ ਪ੍ਰਸ਼ਨ ਹੈਗਾ ਜੀ, ਪੰਜਾਬੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਿਆ ਹੈ। ਜਵਾਬ ਹੈ ਬਿਲਕੁਲ ਹਾਂ, ਸਹੀ। ਅਗਲਾ ਪ੍ਰਸ਼ਨ ਹੈਗਾ ਜੀ, ਨਵੀਂ ਪੀੜ੍ਹੀ ਕਿਹੜੇ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ? ਜਵਾਬ ਹੈ ਸੰਚਾਰ ਸਾਧਨਾਂ ਦੀ। ਗੱਗਾ ਸਵਾਲ, ਪਲਾਸਟਿਕ ਦੇ ਲਿਫਾਫਿਆਂ ਤੋਂ ਕਿਵੇਂ ਨਿਜਾਤ ਮਿਲ ਸਕਦੀ ਹੈ? ਜਵਾਬ ਹੈ ਝੋਲੇ ਦੀ ਪਰੰਪਰਾ ਨਾਲ। ਤੇ ਘੱਗਾ ਸਵਾਲ ਹੈਗਾ, ਉਹ ਕਿਹੜੀ ਭਾਸ਼ਾ ਹੈ ਜੋ ਸੱਭਿਆਚਾਰਕ ਕਲਾਵਾਂ ਦੀ ਅੰਤਰਰਾਸ਼ਟਰੀ ਮੰਡੀ ਬਣ ਗਈ ਹੈ? ਜਵਾਬ ਹੈ ਜੀ ਅੰਗਰੇਜ਼ੀ ਭਾਸ਼ਾ। ਤੇ ਅਗਲਾ ਸਵਾਲ ਸਾਡੇ ਕੋਲ ਹੈ, ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ? ਭਾਰਤੀ ਪੰਜਾਬ ਵਿੱਚ ਗੁਰਮੁਖੀ ਲਿਪੀ ਵਿੱਚ ਪੰਜਾਬੀ ਲਿਖੀ ਜਾਂਦੀ ਆ, ਤੇ ਪਾਕਿਸਤਾਨੀ ਪੰਜਾਬ ਜਿਹਨੂੰ ਲਹਿੰਦਾ ਪੰਜਾਬ ਕਹਿੰਦੇ ਆ, ਉੱਥੇ ਸ਼ਾਹਮੁਖੀ ਵਿੱਚ ਪੰਜਾਬੀ ਲਿਖੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਸਾਨੂੰ ਆਪਣੇ ਪੰਜਾਬੀ ਸੱਭਿਆਚਾਰ 'ਤੇ ਅਭਿਮਾਨ ਕਰਨ ਦੀ ਥਾਂ 'ਤੇ ਕੀ ਕਰਨਾ ਚਾਹੀਦਾ ਹੈ? ਜਵਾਬ ਹੈ ਜੀ ਮਾਣ ਕਰਨਾ ਚਾਹੀਦਾ, ਨਾ ਕਿ ਹੰਕਾਰ। ਪਿਆਰੇ ਵਿਦਿਆਰਥੀਓ, ਅਸੀਂ 8 ਲੇਖਾਂ ਦੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਕਰ ਚੁੱਕੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਕਵਿਤਾ ਭਾਗ ਆਉਂਦਾ। ਇਹਦੇ ਵਿੱਚ ਪਹਿਲਾ ਸਵਾਲ ਕਿ ਟੁਕੜੀ ਜਗ ਤੋਂ ਨਿਆਰੀ ਕਵਿਤਾ ਦੇ ਕਵੀ ਦਾ ਕੀ ਨਾਮ ਹੈ? ਜਵਾਬ ਹੈ ਭਾਈ ਵੀਰ ਸਿੰਘ। ਅਗਲਾ ਪ੍ਰਸ਼ਨ, ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਲ ਭਾਈ ਵੀਰ ਸਿੰਘ ਦੀ ਕਵਿਤਾ ਦਾ ਨਾਮ ਲਿਖੋ ਜਾਂ ਦੱਸੋ। ਜਵਾਬ ਹੈ ਟੁਕੜੀ ਜਗ ਤੋਂ ਨਿਆਰੀ। ਅਗਲਾ ਸਵਾਲ, ਇਸ ਕਵਿਤਾ ਵਿੱਚ ਖੁਸ਼ੀਆਂ ਨੇ ਕਿਸ ਨੂੰ ਸ਼ਿਹਬਰ ਲਾਈ? ਜਵਾਬ ਹੈ ਜੀ ਕਸ਼ਮੀਰ ਨੂੰ। ਅਗਲਾ ਪ੍ਰਸ਼ਨ, ਇਸ ਕਵਿਤਾ ਵਿੱਚ ਚਸ਼ਮੇ, ਨਾਲੇ, ਨਦੀਆਂ ਅਤੇ ਸਮੁੰਦਰ ਕਿਸ ਤਰ੍ਹਾਂ ਜਾਪਦੇ ਹਨ? ਜਵਾਬ ਹੈ ਨਿੱਕੇ ਸਮੁੰਦਰਾਂ ਵਰਗੇ ਜਾਂ ਨਿੱਕੇ ਜਿਵੇਂ ਸਮੁੰਦਰ। ਅਗਲਾ ਸਵਾਲ ਹੈ ਜੀ, ਇਸ ਕਵਿਤਾ ਅਨੁਸਾਰ ਮੁੱਠੀ ਵਿੱਚ ਕੀ ਆਇਆ? ਤਾਂ ਜਵਾਬ ਹੈ ਸਾਰੇ ਅਰਸ਼ੀ ਨਜ਼ਾਰੇ ਮੁੱਠੀ ਵਿੱਚ ਆ ਗਏ। ਪਰਬਤ, ਕਰੇਵੇ, ਨਦੀਆਂ, ਨਾਲੇ, ਇਹ ਸਭ। ਅਗਲਾ ਸਵਾਲ ਹੈ ਜੀ, ਉਸ ਥਾਂ ਡੈਸ਼ ਬਣ ਗਿਆ ਡੈਸ਼ ਜਗ ਤੋਂ ਨਿਆਰੀ। ਇਹ ਸਤਰਾਂ ਪੂਰੀਆਂ ਕਰੋ, ਭਾਵ ਖਾਲੀ ਥਾਵਾਂ ਭਰੋ। ਇੱਥੇ ਆਊਗਾ ਜੀ ਕਸ਼ਮੀਰ, ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜਗ ਤੋਂ ਨਿਆਰੀ। ਉਸ ਤੋਂ ਬਾਅਦ ਤੁਹਾਨੂੰ ਇਸ ਕਵਿਤਾ ਦਾ ਕੇਂਦਰੀ ਭਾਵ ਪੁੱਛਿਆ ਜਾ ਸਕਦਾ। ਤੁਸੀਂ ਲਿਖੋਗੇ ਕਿ ਟੁਕੜੀ ਜਗ ਤੋਂ ਨਿਆਰੀ ਕਵਿਤਾ
ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਦੀ ਰਚਨਾ ਹੈ। ਉਹਨਾਂ ਨੇ ਇਸ ਕਵਿਤਾ ਵਿੱਚ ਲਿਖਿਆ ਹੈ ਕਿ ਕਸ਼ਮੀਰ ਦੁਨੀਆ ਦੀ ਉਹ ਵਿਲੱਖਣ ਧਰਤੀ ਹੈ ਜਿਸ ਨੂੰ ਕੁਦਰਤ ਨੇ ਆਪਣੀਆਂ ਕੁੱਲ ਬਖਸ਼ਿਸ਼ਾਂ ਨਾਲ ਨਿਵਾਜਿਆ ਹੈ। ਕੁਦਰਤ ਨੇ ਇਹਨਾਂ ਕਸ਼ਮੀਰੀ ਨਜ਼ਾਰਿਆਂ ਵਿੱਚ ਕਿਸੇ ਅਸਮਾਨੀ ਸੁੰਦਰਤਾ ਨੂੰ ਭਰ ਦਿੱਤਾ ਹੈ ਤੇ ਇਸ ਧਰਤੀ ਨੂੰ ਨਿਹਾਲ ਕੀਤਾ ਹੈ। ਉਸ ਤੋਂ ਬਾਅਦ ਸਾਡੇ ਕੋਲ ਅਗਲੀ ਕਵਿਤਾ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਇਸ ਕਵਿਤਾ ਦੇ ਕਵੀ ਦਾ ਨਾਮ ਪ੍ਰੋਫੈਸਰ ਪੂਰਨ ਸਿੰਘ। ਸਵਾਲ ਪਹਿਲਾਂ ਵੇਖਦੇ ਹਾਂ ਜੀ। ਪਹਿਲਾ ਸਵਾਲ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਨਾਂ ਦੀ ਕਵਿਤਾ ਦੇ ਕਵੀ ਦਾ ਕੀ ਨਾਮ ਹੈ? ਪ੍ਰੋਫੈਸਰ ਪੂਰਨ ਸਿੰਘ। ਜਾਂ ਫਿਰ ਇਹ ਤੋਂ ਉਲਟ ਆ ਸਕਦਾ ਕਿ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਕੀ ਨਾਮ ਹੈ? ਜਵਾਬ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਅਗਲਾ ਸਵਾਲ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਕਵੀ ਭਾਈਚਾਰੇ ਬਾਰੇ ਕਿਸ ਤੋਂ ਪੁੱਛਦਾ ਹੈ? ਜਵਾਬ ਹੈ ਇੱਕ ਪੜ੍ਹੇ ਲਿਖੇ ਨੌਜਵਾਨ ਤੋਂ। ਅਗਲਾ ਸਵਾਲ, ਕਵੀ ਅਨੁਸਾਰ ਪੁਰਾਣੇ ਪੰਜਾਬ ਵਿੱਚ ਸੱਸਾਂ ਦੇ ਦਿਲ ਕਿਹੋ ਜਿਹੇ ਸਨ? ਜਵਾਬ ਹੈ ਸਮੁੰਦਰਾਂ ਵਰਗੇ, ਭਾਵ ਬਹੁਤ ਵੱਡੇ। ਅਗਲਾ ਸਵਾਲ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚੋਂ ਸਦੀਆਂ ਪੁਰਾਣੀ ਕਿਹੜੀ ਚੀਜ਼ ਉੱਡ ਗਈ ਹੈ? ਜਵਾਬ ਹੈ ਜੀ ਬਰਾਦਰੀਆਂ ਦਾ ਮੇਲ, ਸਾਂਝ, ਮੁਹੱਬਤ, ਭਾਈਚਾਰਕ ਸਾਂਝ, ਬਰਾਦਰੀਆਂ ਦਾ ਮੇਲ ਮਿਲਾਪ। ਅਗਲਾ ਸਵਾਲ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਅਨੁਸਾਰ ਪੁਰਾਣੇ ਸਮਿਆਂ 'ਚ ਲੋਕ ਸੁੱਚਾ ਤੇ ਸੁਥਰਾ ਵਪਾਰ ਕਰਦੇ ਸਨ। ਜਵਾਬ ਹੈ ਬਿਲਕੁਲ ਠੀਕ, ਸਹੀ। ਅਗਲਾ ਸਵਾਲ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ 'ਚ ਕਵੀ ਨੂੰ ਮਨੁੱਖਾਂ ਦੀ ਪੂਜਾ ਦੀ ਥਾਂ ਠੀਕਰੀਆਂ ਦੀ ਪੂਜਾ ਕਰਨ ਦਾ ਦੁੱਖ ਹੈ। ਜਵਾਬ ਹੈ ਹਾਂ, ਬਿਲਕੁਲ ਠੀਕ। ਅਗਲਾ ਪ੍ਰਸ਼ਨ ਹੈਗਾ ਜੀ, ਉਹ ਹੁਣ ਪੁਰਾਣੇ ਵਿਆਹ ਦੇ ਨਹੀਂ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਦੇ ਆਧਾਰ ਤੇ ਉਪਰੋਕਤ ਖਾਲੀ ਥਾਵਾਂ ਭਰੋ। ਇੱਥੇ ਆਉਣਾ ਜੀ ਰੰਗ ਨਹੀਂ, ਢੰਗ ਨਹੀਂ। ਅਗਲਾ ਸਵਾਲ ਹੈਗਾ ਜੀ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਭਰਪੂਰ ਚਿਤਰਣ ਹੋਇਆ ਹੈ। ਨੰਬਰ 1 ਪੰਜਾਬੀ ਸੱਭਿਆਚਾਰ ਦਾ, ਨੰਬਰ 2 ਭਾਰਤੀ ਸੱਭਿਆਚਾਰ ਦਾ, ਨੰਬਰ 3 ਦੇਸੀ ਸੱਭਿਆਚਾਰ ਦਾ, ਜਾਂ ਫਿਰ ਚੌਥੀ ਆਪਸ਼ਨ ਹੈਗੀ ਆ ਵਿਦੇਸ਼ੀ ਸੱਭਿਆਚਾਰ ਦਾ। ਇਹਨਾਂ ਦੇ ਵਿੱਚੋਂ ਪੰਜਾਬੀ ਸੱਭਿਆਚਾਰ ਜਿਹੜੀ ਸਹੀ ਆਪਸ਼ਨ ਊੜਾ ਉਹ ਆਊਗੀ। ਸਾਡੇ ਕੋਲ ਤੀਜੀ ਕਵਿਤਾ ਹੈਗੀ ਆ ਵਗਦੇ ਪਾਣੀ ਕਵਿਤਾ ਦੇ ਕਵੀ ਦਾ ਨਾਮ ਲਿਖੋ। ਜਵਾਬ ਹੈ ਜੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਅਗਲਾ ਸਵਾਲ, ਖੜੇ ਪਾਣੀ ਨਾਲ ਕੀ ਵਾਪਰਦਾ ਹੈ? ਜਵਾਬ ਹੈ ਉਹ ਬੁੱਸ ਜਾਂਦੇ ਹਨ, ਭਾਵ ਮੁਸ਼ਕ ਮਾਰਨ ਲੱਗ ਜਾਂਦੇ ਹਨ। ਵਗਦੇ ਪਾਣੀ ਕਵਿਤਾ ਅਨੁਸਾਰ ਵਿਛੜਨ ਨਾਲ ਜਿੰਦਾਂ ਮਰ ਜਾਂਦੀਆਂ ਹਨ। ਸਹੀ ਜਾਂ ਗਲਤ? ਸਵਾਲ ਦਾ ਜਵਾਬ ਹੈ ਸਹੀ। ਅਗਲਾ ਸਵਾਲ, ਰੂਹਾਂ ਅਟਕਣ ਨਾਲ ਡਿੱਗਦੀਆਂ ਹਨ। ਸਹੀ ਜਾਂ ਗਲਤ? ਬਿਲਕੁਲ ਸਹੀ। ਉੱਤਰ ਹੈਗਾ ਸਹੀ, ਹਾਂ। ਅਗਲਾ ਸਵਾਲ, ਕਿ ਟੁਰਿਆਂ ਵਾਧਾ ਹਾਂ, ਖਲੋਇਆਂ ਡੈਸ਼ ਹਾਂ। ਇਹ ਖਾਲੀ ਥਾਂ ਭਰੋ। ਜਵਾਬ ਹੈ ਜੀ ਖਲੋਇਆਂ ਘਟਦਾ ਹਾਂ। ਅਗਲਾ ਸਵਾਲ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਵਗਦੇ ਪਾਣੀ ਕਿਹੜੇ ਭਾਵ ਪ੍ਰਬਲ ਰੂਪ ਵਿੱਚ ਪ੍ਰਗਟ ਹੋਇਆ ਹੈ? ਜਵਾਬ ਇਹਦਾ ਹੈਗਾ ਜੀ ਗਤੀਸ਼ੀਲ ਜੀਵਨ ਦਾ। ਤੁਹਾਨੂੰ ਵੱਖ-ਵੱਖ 4 ਆਪਸ਼ਨਾਂ ਆ ਸਕਦੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਹੋਊਗੀ ਗਤੀਸ਼ੀਲ ਜੀਵਨ ਦਾ। ਇਸ ਕਵਿਤਾ ਦੇ ਵਿੱਚ ਭਾਵ ਪ੍ਰਗਟ ਹੋਇਆ ਆ। ਸਾਡੇ ਕੋਲ ਅਗਲੀ ਕਵਿਤਾ ਹੈ ਜੀ ਤਾਜ ਮਹਿਲ। ਤਾਜ ਮਹਿਲ ਕਵਿਤਾ ਦੇ ਕਵੀ ਦਾ ਕੀ ਨਾਮ ਹੈ ਜਾਂ ਇਹ ਕਿਸ ਦੀ ਰਚਨਾ ਹੈ? ਜਵਾਬ ਹੈ ਪ੍ਰੋਫੈਸਰ ਮੋਹਨ ਸਿੰਘ। ਅਗਲਾ ਸਵਾਲ ਹੈ ਜੀ, ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਡੈਸ਼, ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਹੋ ਡੈਸ਼, ਭਾਵ ਖਾਲੀ ਥਾਵਾਂ ਭਰੋ। ਇੱਥੇ ਆਊ ਜੀ ਜਵਾਬ, ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੁੜੁੰਦੇ, ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਹੋ ਉਂਗੇ। ਅਗਲਾ ਪ੍ਰਸ਼ਨ ਹੈ ਜੀ, ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਅਨੁਸਾਰ ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਤੇ ਸਾਵੇਂ ਹਨ। ਜਵਾਬ ਹੈ ਠੀਕ, ਸਹੀ, ਬਿਲਕੁਲ ਸਹੀ। ਅਗਲਾ ਸਵਾਲ, ਸੁੱਤੇ ਪਾਣੀਆਂ ਵਿੱਚ ਤਾਜ ਮਹਿਲ ਦਾ ਪਰਛਾਵਾਂ ਨਹੀਂ ਸੁੱਤਾ, ਹਾਂ ਜਾਂ ਨਾ? ਉੱਤਰ ਹੈ ਨਾ। ਅਗਲਾ ਪ੍ਰਸ਼ਨ, ਕਵੀ ਤਾਜ ਮਹਿਲ ਵੇਖ ਕੇ ਕਿਹੜੇ ਮੁਗਲ ਸਾਮਰਾਜ ਦੀਆਂ ਸਿਫਤਾਂ ਕਰਦਾ ਹੈ? ਜਵਾਬ ਹੈ ਸ਼ਾਹਜਹਾਂ ਦੀਆਂ। ਅਗਲਾ ਪ੍ਰਸ਼ਨ,
ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਅਨੁਸਾਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹੱਥਾਂ ਪੈਰਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ? ਜਵਾਬ ਹੈ ਜੀ, ਹੱਥਾਂ 'ਤੇ ਛਾਲੇ ਪਏ ਹੋਏ ਆ ਤੇ ਪੈਰਾਂ ਦੀਆਂ ਵਿਆਈਆਂ ਪਾਟੀਆਂ ਹੋਈਆਂ ਨੇ। ਅਗਲਾ ਪ੍ਰਸ਼ਨ, ਤਾਜ ਮਹਿਲ ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਸ ਧਿਰ ਵੱਲ ਜਾਪਦੀ ਹੈ? 4 ਆਪਸ਼ਨਾਂ ਵਿੱਚੋਂ ਕੋਈ ਇੱਕ ਸਹੀ ਹੋਊਗੀ। ਪਹਿਲੀ ਹੈ ਸ਼ਾਸਕ ਧਿਰ, ਦੂਜੀ ਹੈ ਸ਼ੋਸ਼ਿਤ ਧਿਰ, ਤੀਜੀ ਹੈ ਸਮਾਜਿਕ ਧਿਰ, ਚੌਥੀ ਹੈ ਸੰਗਾਊ ਧਿਰ। ਜਵਾਬ ਆਊਗਾ ਸ਼ੋਸ਼ਿਤ ਧਿਰ, ਮਤਲਬ ਮਜ਼ਲੂਮ ਕੁਚਲੇ ਜਾਣ ਵਾਲੇ ਲੋਕਾਂ ਵੱਲ। ਕੋਲ ਅਗਲੀ ਕਵਿਤਾ ਹੈ ਚੁੰਮ ਚੁੰਮ ਰੱਖੋ। ਚੁੰਮ ਚੁੰਮ ਰੱਖੋ ਕਵਿਤਾ ਕਿਸ ਕਵੀ ਨੇ ਲਿਖੀ? ਉੱਤਰ ਨੰਦ ਲਾਲ ਨੂਰਪੁਰੀ ਨੇ। ਅਗਲਾ ਪ੍ਰਸ਼ਨ, ਪੁਸਤਕ ਵਿੱਚ ਸ਼ਾਮਲ ਨੰਦ ਲਾਲ ਨੂਰਪੁਰੀ ਦੀ ਕਵਿਤਾ ਦਾ ਸਿਰਲੇਖ ਲਿਖੋ। ਸਿਰਲੇਖ ਮਤਲਬ ਟਾਈਟਲ, ਨਾਮ। ਚੁੰਮ ਚੁੰਮ ਰੱਖੋ, ਉੱਤਰ ਹੈਗਾ ਆ ਚੁੰਮ ਚੁੰਮ ਰੱਖੋ। ਪ੍ਰਸ਼ਨ, ਅਗਲਾ ਪ੍ਰਸ਼ਨ, ਚੁੰਮ ਚੁੰਮ ਰੱਖੋ ਕਵਿਤਾ ਵਿੱਚ ਦਸਮ ਪਿਤਾ ਦੇ ਕਿਹੜੇ ਸਾਹਿਬਜ਼ਾਦੇ ਦੀ ਕਲਗੀ ਨੂੰ ਚੁੰਮ ਕੇ ਰੱਖਣ ਦਾ ਜ਼ਿਕਰ ਹੈ? ਸਾਹਿਬਜ਼ਾਦਾ ਜੁਝਾਰ ਸਿੰਘ ਦੀ ਕਲਗੀ ਨੂੰ। ਅਗਲਾ ਪ੍ਰਸ਼ਨ, ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਉਣਗੇ। ਇਸ ਤੁਕ ਵਿੱਚ ਕਵੀ ਜੰਗ ਵਿੱਚੋਂ ਕਿਸ ਦੇ ਆਉਣ ਬਾਰੇ ਕਹਿੰਦਾ ਹੈ? ਜਵਾਬ ਹੈ ਜੀ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ, ਜਿਨ੍ਹਾਂ ਨੂੰ ਵੱਡੇ ਸਾਹਿਬਜ਼ਾਦੇ ਵੀ ਕਿਹਾ ਜਾਂਦਾ। ਅਗਲਾ ਪ੍ਰਸ਼ਨ, ਕੂਲੇ ਕੂਲੇ ਹੱਥਾਂ ਵਿੱਚ ਕਿਹੋ ਜਿਹੀਆਂ ਕਿਰਪਾਨਾਂ ਫੜੀਆਂ ਹੋਈਆਂ ਹਨ? ਇਹ 2 ਆਪਸ਼ਨਾਂ ਵਿੱਚੋਂ ਕੋਈ ਇੱਕ ਚੁਣਨੀ ਆ ਜੀ, ਗੋਰੀਆਂ ਜਾਂ ਤਿੱਖੀਆਂ। ਜਵਾਬ ਹੈ ਜੀ ਗੋਰੀਆਂ, ਭਾਵ ਚਮਕਦੀਆਂ ਤਲਵਾਰਾਂ। ਅਗਲਾ ਪ੍ਰਸ਼ਨ, ਲਹੂ ਵਿੱਚ ਭਿੱਜੀ ਘੋੜੀ ਭੁੱਬਾਂ ਮਾਰ ਰਹੀ ਸੀ, ਹਾਂ ਜਾਂ ਨਾ? ਉੱਤਰ ਹੈ ਜੀ ਹਾਂ। ਅਗਲਾ ਪ੍ਰਸ਼ਨ, ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਡੈਸ਼ ਵੇਖਣ ਨੂੰ ਨੈਣ ਆਏ ਬੂਹੇ ਵੱਲ ਡੈਸ਼। ਨੰਦ ਲਾਲ ਨੂਰਪੁਰੀ ਦੀ ਕਵਿਤਾ ਚੁੰਮ ਚੁੰਮ ਰੱਖੋ ਦੇ ਆਧਾਰਿਤ ਉਪਰੋਕਤ ਕਾਵਿ ਸਤਰਾਂ ਪੂਰੀਆਂ ਕਰੋ। ਜਵਾਬ ਹੈ ਜੀ ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ, ਇੱਥੇ ਵੱਜਦੇ ਆਊ ਪਹਿਲਾਂ, ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ, ਦੂਜੀ ਵਿੱਚ ਭੱਜਦੇ ਆਊਗਾ। ਅਗਲਾ ਪ੍ਰਸ਼ਨ ਹੈ ਚੁੰਮ ਚੁੰਮ ਰੱਖੋ ਕਵਿਤਾ ਵਿੱਚ ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾਂ ਵਸਿਆ। ਤੁਕ ਅਨੁਸਾਰ ਜੋੜਾ ਕਿਸ ਦੇ ਕੋਲ ਜਾ ਵਸਿਆ ਜਾਂ ਚਲੇ ਗਿਆ? ਉੱਤਰ ਇਹ 4 ਆਪਸ਼ਨਾਂ ਵਿੱਚੋਂ ਕੋਈ ਇੱਕ ਚੁਣਨੀ ਆ। ਨੰਬਰ 1 ਦਾਦਾ, ਨੰਬਰ 2 ਦਾਦੀ, ਨੰਬਰ 3 ਪਿਤਾ ਜੀ ਜਾਂ ਨੰਬਰ 4 ਮਾਤਾ ਦੇ ਕੋਲ। ਹੁਣ ਇਹਦਾ ਜਵਾਬ ਤੁਸੀਂ ਦੱਸਣਾ ਆ ਜੀ। ਉੱਤਰ ਹੈਗਾ ਆ ਦਾਦੇ ਕੋਲ। ਸਾਡੇ ਕੋਲ ਅਗਲੀ ਕਵਿਤਾ ਦੋਸਤਾ। ਦੋਸਤਾ ਕਵਿਤਾ ਦੇ ਕਵੀ ਦਾ ਕੀ ਨਾਮ ਹੈ? ਪਿਆਰਾ ਸਿੰਘ ਸਹਿਰਾਈ। ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਲ ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦਾ ਕੀ ਨਾਮ ਹੈ ਜਾਂ ਕੀ ਸਿਰਲੇਖ ਹੈ? ਉੱਤਰ ਦੋਸਤਾ। ਕਵਿਤਾ ਦੋਸਤਾ ਅਨੁਸਾਰ ਨਵਾਂ ਨਾਚ ਸਰੀਰ ਦੇ ਕਿਸ ਅੰਗ ਵਿੱਚ ਧੜਕਦਾ ਹੈ? ਜਵਾਬ ਹੈ ਪੈਰਾਂ ਵਿੱਚ। ਅਗਲਾ ਸਵਾਲ ਹੈ ਜੀ ਦੋਸਤਾ ਕਵਿਤਾ ਵਿੱਚ ਕਵੀ ਨੂੰ ਮਨੁੱਖ ਦੀ ਮੰਜ਼ਿਲ ਕਿੰਨੀ ਕੁ ਵਿੱਥ 'ਤੇ ਨਜ਼ਰ ਆਉਂਦੀ ਹੈ? ਜਵਾਬ ਹੈ 2 ਕਦਮਾਂ ਦੀ ਵਿੱਥ 'ਤੇ। ਅਗਲਾ ਪ੍ਰਸ਼ਨ, ਢਾਰਿਆਂ 'ਚੋਂ ਉੱਠ ਹੰਬੜਾ ਮਾਰ ਕੇ ਪਕੜ ਲੈ ਉੱਚਾ ਡੈਸ਼ ਦੋਸਤਾ। ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦੋਸਤਾ ਦੀ ਸਤਰ ਵਿੱਚ ਖਾਲੀ ਥਾਂ ਭਰੋ। ਜਵਾਬ ਹੈ ਮੁਨਾਰਾ। ਅਗਲਾ ਪ੍ਰਸ਼ਨ, ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦੋਸਤਾ ਅਨੁਸਾਰ ਮਨੁੱਖੀ ਹੋਣੀ ਦਾ ਸਿਤਾਰਾ ਧੌਣ ਚੁੱਕ ਕੇ ਸਹਿਮਤਾ ਕਰਦਾ ਹੈ, ਸਹੀ ਜਾਂ ਗਲਤ? ਸਹੀ। ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦੋਸਤਾ ਦੀ ਮੂਲ ਸੁਰ ਹੈ। 4 ਆਪਸ਼ਨਾਂ ਵਿੱਚੋਂ ਕੋਈ ਇੱਕ। ਊੜਾ ਉਪਦੇਸ਼ਾਤਮਕ, ਆੜਾ ਵਿਆਖਿਆਤਮਕ, ਈੜੀ ਭਾਵਾਤਮਕ ਜਾਂ ਸੱਸਾ ਨਕਾਰਾਤਮਕ। ਉੱਤਰ ਹੈ ਜੀ ਉਪਦੇਸ਼ਾਤਮਕ, ਭਾਵ ਇਸ ਕਵਿਤਾ ਵਿੱਚ ਸਾਨੂੰ ਉਪਦੇਸ਼ ਮਿਲਦਾ। ਸਾਡੇ ਕੋਲ 7ਵੀਂ ਕਵਿਤਾ ਹੈ ਜੀ ਵਾਰਿਸ ਸ਼ਾਹ। ਤੁਹਾਡੀ ਪਾਠ ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦਾ ਨਾਮ ਕੀ ਹੈ? ਉੱਤਰ ਵਾਰਿਸ ਸ਼ਾਹ। ਵਾਰਿਸ ਸ਼ਾਹ ਕਵਿਤਾ ਕਿਸ ਦੀ ਸਿਰਜਣਾ ਹੈ? ਉੱਤਰ ਅੰਮ੍ਰਿਤਾ ਪ੍ਰੀਤਮ ਦੀ। ਅਗਲਾ ਪ੍ਰਸ਼ਨ, ਵੇ ਦਰਦਮੰਦਾਂ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਾਰਿਸ ਸ਼ਾਹ ਦੀ ਉਕਤ ਤੁਕ ਵਿੱਚ, ਮਤਲਬ ਇਸ ਤੁਕ ਵਿੱਚ ਦਰਦਮੰਦਾਂ ਦੇ ਦਰਦੀਆ ਕਿਸ ਨੂੰ ਆਖਿਆ ਗਿਆ ਹੈ? ਜਵਾਬ ਹੈ ਜੀ ਕਵੀ ਵਾਰਿਸ ਸ਼ਾਹ ਨੂੰ। ਵਾਰਿਸ ਸ਼ਾਹ ਕੌਣ ਨੇ ਜੀ? ਜਿਨ੍ਹਾਂ ਨੇ ਹੀਰ ਦਾ ਕਿੱਸਾ ਲਿਖਿਆ। ਅਗਲਾ ਪ੍ਰਸ਼ਨ, ਅੱਜ ਬੇਲੇ ਡੈਸ਼
ਵਿਸ਼ਿਆਂ ਅਤੇ ਡੈਸ਼ ਦੀ ਭਰੀ ਚਨਾਬ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਾਰਿਸ ਸ਼ਾਹ ਨੂੰ ਮੁੱਖ ਰੱਖਦਿਆਂ ਖਾਲੀ ਥਾਵਾਂ ਭਰੋ। ਉੱਤਰ ਹੈ ਜੀ ਅੱਜ ਬੇਲੇ, ਲਾਸ਼ਾਂ, ਵਿਸ਼ਿਆਂ ਤੇ ਲਹੂ ਦੀ ਭਰੀ ਚਨਾਬ। ਅਗਲਾ ਪ੍ਰਸ਼ਨ, ਕਵਿਤਾ ਵਾਰਿਸ ਸ਼ਾਹ ਅਨੁਸਾਰ ਪੰਜਾਂ ਪਾਣੀਆਂ ਵਿੱਚ ਜ਼ਹਿਰ ਮਿਲਾਉਣ ਨਾਲ ਇੱਥੋਂ ਦੀ ਜ਼ਰਖੇਜ਼ ਹੁੰਦਾ ਆ ਉਪਜਾਊ ਜ਼ਮੀਨ ਦੇ ਲੂਹ ਵਿੱਚ ਜ਼ਹਿਰ ਫੁੱਟ ਪਿਆ ਸੀ। ਇਹ ਕਥਨ ਸਹੀ ਹੈ ਜਾਂ ਗਲਤ? ਉੱਤਰ ਹੈ ਸਹੀ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਾਰਿਸ ਸ਼ਾਹ ਵਿੱਚ ਕਿਹੜੇ ਪ੍ਰੀਤ ਨਾਇਕਾ ਦਾ ਜ਼ਿਕਰ ਹੋਇਆ ਹੈ? ਉੱਤਰ ਹੈ ਜੀ ਹੀਰ ਤੇ ਰਾਂਝੇ ਦਾ। ਅਗਲਾ ਪ੍ਰਸ਼ਨ, ਕਵਿਤਾ ਵਾਰਿਸ ਸ਼ਾਹ ਅਨੁਸਾਰ ਪੰਜਾਬ ਵਿੱਚ ਫਿਰਕਾ ਪ੍ਰਸਤੀ ਫੈਲਣ ਨਾਲ ਧਰਤੀ ਲਹੂ ਨਾਲ ਭਿੱਜ ਗਈ ਤੇ ਕਬਰਾਂ ਵੀ ਰੋ ਪਈਆਂ ਸਨ। ਕੀ ਇਹ ਕਥਨ ਸਹੀ ਹੈ ਜਾਂ ਗਲਤ? ਉੱਤਰ ਹੈ ਬਿਲਕੁਲ ਸਹੀ। ਹਾਂ। ਅਗਲਾ ਪ੍ਰਸ਼ਨ, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਾਰਿਸ ਸ਼ਾਹ ਵਿੱਚ ਕਿਹੜੇ ਸਾਲ ਦਾ ਦੁਖਾਂਤਕ ਚਿਤਰਣ ਹੋਇਆ ਹੈ? 4 ਆਪਸ਼ਨਾਂ ਵਿੱਚੋਂ ਕੋਈ ਇੱਕ ਚੁਣੋ। ਪਹਿਲੀ ਆਪਸ਼ਨ ਹੈ 1857, ਦੂਜੀ 1914, ਤੀਜੀ ਆਪਸ਼ਨ 1947, ਚੌਥੀ ਆਪਸ਼ਨ 1965। ਉੱਤਰ ਹੈ ਜੀ 1947, ਜਦੋਂ ਦੇਸ਼ ਦੀ ਵੰਡ ਹੋਈ ਸੀ। ਅਗਲੀ ਕਵਿਤਾ ਮੇਰਾ ਬਚਪਨ ਕਵਿਤਾ ਦੇ ਕਵੀ ਦਾ ਕੀ ਨਾਮ ਹੈ? ਡਾਕਟਰ ਹਰਭਜਨ ਸਿੰਘ। ਅਗਲਾ ਪ੍ਰਸ਼ਨ, ਮੇਰਾ ਬਚਪਨ ਕਵਿਤਾ ਵਿੱਚ ਕਿਸ ਰਿਸ਼ਤੇ ਦੀ ਗੈਰ ਹਾਜ਼ਰੀ ਕਾਰਨ ਬਚਪਨ ਰੁੱਲ ਜਾਂਦਾ ਹੈ? ਜਵਾਬ, ਪਿਤਾ ਦੀ ਗੈਰ ਹਾਜ਼ਰੀ ਕਾਰਨ। ਅਗਲਾ ਪ੍ਰਸ਼ਨ, ਪੁੱਤਰ ਦੇ ਛੇਤੀ ਗੱਭਰੂ ਹੋਣ ਦੀ ਲੋਚਾ ਕਿਸ ਦੇ ਮਨ ਵਿੱਚ ਹੈ? ਮੇਰਾ ਬਚਪਨ ਕਵਿਤਾ ਦੇ ਆਧਾਰ ਤੇ ਉੱਤਰ ਦਿਓ। ਉੱਤਰ, ਮਾਂ ਦੇ ਮਨ ਵਿੱਚ। ਅਗਲਾ ਪ੍ਰਸ਼ਨ ਹੈ ਜੀ, ਕਦੇ ਕਦੇ ਬਾਲਾਂ ਦੇ ਕੁਛੜ ਸੌਣ ਨਚਿੰਤ ਡੈਸ਼ ਮਾਵਾਂ। ਮੇਰਾ ਬਚਪਨ ਕਵਿਤਾ ਦੀ ਸਹਾਇਤਾ ਨਾਲ ਇਹ ਤੁਕ ਪੂਰੀ ਕਰੋ। ਉੱਤਰ ਹੈ ਜੀ, ਕਦੇ ਕਦੇ ਬਾਲਾਂ ਦੇ ਕੁਛੜ ਸੌਣ ਨਚਿੰਤ ਨਿਕਰਮਣ ਮਾਵਾਂ। ਅਗਲਾ ਪ੍ਰਸ਼ਨ ਹੈ, ਮੇਰਾ ਬਚਪਨ ਕਵਿਤਾ ਵਿੱਚ ਮਾਂ ਨੇ ਆਪਣੇ ਹੱਥੀਂ ਆਪਣੇ ਪਤੀ ਦੀ ਚਿਤਾ ਜਲਾਈ। ਇਹ ਕਥਨ ਸਹੀ ਹੈ ਜਾਂ ਗਲਤ? ਉੱਤਰ ਸਹੀ ਹੈ, ਠੀਕ ਹੈ। ਮੇਰਾ ਬਚਪਨ ਕਵਿਤਾ ਵਿੱਚ ਮੂਲ ਰੂਪ ਵਿੱਚ ਕਿਹੜਾ ਰਿਸ਼ਤਾ ਵਿਚਰਦਾ ਨਜ਼ਰ ਆਉਂਦਾ ਹੈ? ਇਹਦੇ ਵਿੱਚ 4 ਆਪਸ਼ਨਾਂ ਵਿੱਚੋਂ ਕੋਈ ਇੱਕ ਸਹੀ ਆ। ਪਹਿਲੀ ਆਪਸ਼ਨ ਮਾਂ ਤੇ ਪੁੱਤ ਦਾ, ਦੂਜੀ ਆਪਸ਼ਨ ਪਿਓ ਤੇ ਧੀ ਦਾ, ਤੀਜੀ ਆਪਸ਼ਨ ਭੈਣ ਤੇ ਭਰਾ ਦਾ, ਚੌਥੀ ਆਪਸ਼ਨ ਨੂੰਹ ਤੇ ਪੁੱਤ ਦਾ। ਇੱਥੇ ਉੱਤਰ ਹੈ ਜੀ ਮਾਂ ਤੇ ਪੁੱਤ ਦਾ। ਸ਼ਿਵ ਕੁਮਾਰ ਬਟਾਲਵੀ ਦੀ ਆਪਣੇ ਪਾਠ ਪੁਸਤਕ ਸ਼ਾਮਲ ਕਵਿਤਾ ਦਾ ਨਾਮ ਲਿਖੋ। ਇਹਦਾ ਨਾਮ ਹੈ ਜੀ ਗੀਤ। ਜਾਂ ਅਗਲਾ ਪ੍ਰਸ਼ਨ ਹੈਗਾ ਜੀ, ਗੀਤ ਕਾਵਿ ਰਚਨਾ ਕਿਸ ਕਵੀ ਦੀ ਰਚਨਾ ਹੈ? ਸ਼ਿਵ ਕੁਮਾਰ ਬਟਾਲਵੀ ਦੀ। ਅਗਲਾ ਪ੍ਰਸ਼ਨ, ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਗੀਤ ਕਿਸ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ? ਜਵਾਬ ਹੈ ਭੱਠੀਵਾੜੀ ਨੂੰ ਜਾਂ ਫਿਰ ਪ੍ਰੇਮਿਕਾ ਨੂੰ। ਅਗਲਾ ਪ੍ਰਸ਼ਨ, ਕਵੀ ਭੱਠੀਵਾੜੀ ਨੂੰ ਛੇਤੀ ਕਰਨ ਲਈ ਕਿਉਂ ਆਖਦਾ ਹੈ? ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਦੇ ਆਧਾਰ ਤੇ ਦੱਸੋ। ਉੱਤਰ ਹੈ ਕਿਉਂਕਿ ਉਸਨੇ ਬਹੁਤ ਦੂਰ ਜਾਣਾ ਹੈ। ਅਗਲਾ ਪ੍ਰਸ਼ਨ, ਮੇਰੇ ਵਾਰੀ ਪੱਤਿਆਂ ਦੀ ਪੰਡ ਡੈਸ਼ ਹੋ ਗਈ, ਮਿੱਟੀ ਦੀ ਕੜਾਹੀ ਤੇਰੀ ਡੈਸ਼ ਹੋ ਗਈ। ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਗੀਤ ਦੀਆਂ ਉਪਰੋਕਤ ਸਤਰਾਂ ਪੂਰੀਆਂ ਕਰੋ। ਉੱਤਰ ਹੈ ਜੀ, ਮੇਰੇ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ, ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪਿੱਲੀ ਹੋ ਗਈ। ਇੱਥੇ ਸਿੱਲੀ ਤੇ ਪਿੱਲੀ 2 ਆਪਸ਼ਨਾਂ, ਜਿਹੜੇ 2 ਇਹ ਜਵਾਬ ਨੇ। ਅਗਲਾ ਸਵਾਲ ਹੈ, ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਗੀਤ ਅਨੁਸਾਰ ਉਸ ਕੋਲ ਚੁੰਗ ਦੀ ਬੋਰੀ ਹੈ। ਉੱਤਰ ਗਲਤ। ਮਤਲਬ ਤੁਸੀਂ ਠੀਕ ਜਾਂ ਗਲਤ ਦੱਸਣਾ ਹੈ। ਉੱਤਰ ਹੈ ਗਲਤ। ਅਗਲਾ ਪ੍ਰਸ਼ਨ, ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਗੀਤ ਅਨੁਸਾਰ ਹਵਾਵਾਂ ਵਿਰਲਾਪ ਕਰਕੇ ਸੌਂ ਗਈਆਂ ਹਨ। ਠੀਕ ਜਾਂ ਗਲਤ? ਉੱਤਰ ਹੈ ਠੀਕ। ਸ਼ਿਵ ਕੁਮਾਰ ਬਟਾਲਵੀ ਦੇ ਗੀਤ ਦੀ ਮੂਲ ਸੁਰ ਹੈ ਨੰਬਰ 1 ਉਦਾਸ, ਜਾਂ ਨੰਬਰ 2 ਰੋਮਾਂਟਿਕ, ਜਾਂ ਨੰਬਰ 3 ਚੜ੍ਹਦੀ ਕਲਾ ਵਾਲੀ, ਜਾਂ ਫਿਰ ਨੰਬਰ 4 ਬਾਗਿਆਨਾ। ਇਹਦਾ ਉੱਤਰ ਹੈ ਜੀ ਉਦਾਸ ਸੁਰ। ਸਾਡੇ ਕੋਲ ਆਖਰੀ ਕਵਿਤਾ ਹੈ ਜੀ ਸਿਲੇਬਸ ਦੀ, ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ। ਇਹ ਗਜ਼ਲ ਕਿਸ ਗਜ਼ਲਕਾਰ ਦੀ ਰਚਨਾ ਹੈ? ਉੱਤਰ ਯੁਗ ਕਵੀ ਸੁਰਜੀਤ ਪਾਤਰ ਦੀ ਰਚਨਾ। ਅਗਲਾ ਸਵਾਲ, ਆਪਣੇ ਪਾਠਕ੍ਰਮ ਵਿੱਚ
ਸ਼ਾਮਲ ਸੁਰਜੀਤ ਪਾਤਰ ਦੀ ਗਜ਼ਲ ਦਾ ਨਾਮ ਜਾਂ ਸਿਰਲੇਖ ਦੱਸੋ। ਉੱਤਰ ਹੈ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ। ਅਗਲਾ ਸਵਾਲ, ਸੁਰਜੀਤ ਪਾਤਰ ਨੇ ਆਪਣੀ ਗਜ਼ਲ ਰਚਨਾ 'ਚ ਪਾਣੀ ਬੁੱਤਾਂ ਤੇ ਡੋਲਣ ਦੀ ਥਾਂ ਕਿੱਥੇ ਵਰਸਾਉਣ ਦੀ ਨਸੀਹਤ ਦਿੱਤੀ ਹੈ। ਉੱਤਰ ਬਿਰਖਾਂ ਉੱਤੇ। ਅਗਲਾ ਪ੍ਰਸ਼ਨ, ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਗਜ਼ਲ ਵਿੱਚ ਸਰਵਰ ਦਾ ਪਾਣੀ ਸੁਰਜੀਤ ਪਾਤਰ ਅਨੁਸਾਰ ਕਿਉਂ ਕੰਬਦਾ ਹੈ। ਜਵਾਬ ਹੈ ਜੀ, ਕਿਸੇ ਦੁਆਰਾ ਬਿਰਖਾਂ ਦੀਆਂ ਪੱਤੀਆਂ ਤੋੜਨ ਕਾਰਨ ਸਰਵਰ ਦਾ ਪਾਣੀ ਕੰਬਦਾ ਹੈ। ਸਵਾਲ ਹੈ ਜੀ, ਬਿਰਖਾਂ ਪੀੜੇ ਪੱਤਰ ਡੈਸ਼ ਹੱਥ ਭੇਜੇ, ਉਕਤ ਗਜ਼ਲ ਤੁਕ ਨੂੰ ਖਾਲੀ ਥਾਂ ਭਰ ਕੇ ਪੂਰਾ ਕਰੋ। ਉੱਤਰ ਹੈ ਜੀ ਪੌਣਾ ਹੱਥ। ਪੌਣਾ ਮਤਲਬ ਹਵਾ, ਹੱਥ। ਅਗਲਾ ਸਵਾਲ, ਕਵੀ ਦੀ ਪਿਆਸ ਅਗਨ ਬਣਨ ਤੇ ਉਸ ਨੂੰ ਹਰ ਸਰਵਰ ਦਾ ਪਾਣੀ ਸੁੱਚਾ ਲੱਗਿਆ, ਸਹੀ ਜਾਂ ਗਲਤ। ਉੱਤਰ ਹੈ ਜੀ ਠੀਕ, ਸਹੀ। ਅਗਲਾ ਸਵਾਲ ਹੈ ਜੀ, ਸੂਲਾਂ ਦੇ ਰੁੱਖਾਂ ਤੇ ਪਾਣੀ ਵਰਨ ਨਾਲ ਲੇਖਕ ਨੂੰ ਕਿਸੇ ਦੀ ਯਾਦ ਨਹੀਂ ਆਈ। ਇਹਦਾ ਜਵਾਬ ਹੈ ਹਾਂ ਜਾਂ ਨਾ ਵਿੱਚ। ਉੱਤਰ ਨਾ। ਇੱਥੇ ਉੱਤਰ ਹਾਂ ਲਿਖਿਆ ਹੋਇਆ, ਇਹਦਾ ਸਹੀ ਜਵਾਬ ਹੈ ਜੀ ਨਾ। ਅਗਲਾ ਸਵਾਲ ਹੈ ਜੀ ਕਿ ਲੱਗੀ ਧੁੱਪ ਜੇ ਸ਼ਹਿਰ ਤੇਰੇ ਦੇ ਬਿਰਖਾਂ ਨੂੰ ਡੈਸ਼ 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 ਖਾਲੀ ਥਾਂ ਪੂਰੀ ਕਰੋ। ਇੱਥੇ ਜਵਾਬ ਆਊਗਾ ਜੀ ਸ਼ਹਿਰ ਮੇਰੇ ਦਾ ਉੱਧਰ ਜਾਵੇਗਾ ਪਾਣੀ। ਅਸੀਂ ਪਹਿਲਾਂ ਵਸਤੂਨਿਸ਼ਟ ਸਵਾਲ ਲੇਖਾਂ ਉੱਤੇ ਕੀਤੇ, ਫਿਰ ਕਵਿਤਾਵਾਂ ਉੱਤੇ, ਤੇ ਹੁਣ ਅਸੀਂ ਕਹਾਣੀਆਂ ਸੰਬੰਧੀ ਸਭ ਤੋਂ ਛੋਟੇ ਪ੍ਰਸ਼ਨ ਉੱਤਰ ਕਰਾਂਗੇ। ਪਹਿਲਾ ਸਵਾਲ ਜੀ, ਸਾਈਕਲ 'ਤੇ ਸਵਾਰ ਹੋਣ ਤੋਂ ਪਹਿਲਾਂ ਕਹਾਣੀ ਦੇ ਕਿਹੜੇ ਪਾਤਰ ਨੇ ਪੈਡਲ 'ਤੇ ਪੈਰ ਰੱਖ ਸਾਈਕਲ ਨੂੰ ਕਾਫੀ ਚਿਰ ਤੱਕ ਰੇੜਿਆ। ਉੱਤਰ ਹੈ ਜੀ ਪ੍ਰੋਫੈਸਰ ML ਮਲਹੋਤਰਾ। ਪ੍ਰਸ਼ਨ, ਪ੍ਰੋਫੈਸਰ ਸਾਈਕਲ ਚਲਾਉਣ ਦੀ ਆਪਣੇ ਜੀਵਨ ਦੀਆਂ ਮੁਸ਼ਕਲਾਂ ਅਤੇ ਮੁਸ਼ੱਕਤਾਂ ਨਾਲ ਸਮਾਨਤਾ ਮਹਿਸੂਸ ਕਰਦਾ ਹੈ, ਸਹੀ ਜਾਂ ਗਲਤ। ਉੱਤਰ ਹੈ ਜੀ ਸਹੀ। ਭਾਰਤ ਸਾਈਕਲ ਦੇ ਯੁੱਗ ਵਿੱਚ ਨਹੀਂ ਪਹੁੰਚਿਆ ਅਤੇ ਸਾਈਕਲ ਗਰੀਬਾਂ ਦੀ ਸਵਾਰੀ ਹੈ। ਪ੍ਰੋਫੈਸਰ ਦੇ ਮਨ ਵਿੱਚ ਇਹ ਵਿਚਾਰ ਕਿਉਂ ਆਉਂਦੇ ਹਨ। ਉੱਤਰ ਇੱਕ ਭਾਰਤੀ ਲੀਡਰ ਦਾ ਬਿਆਨ ਯਾਦ ਆਉਣ ਕਾਰਨ। ਅਗਲਾ ਪ੍ਰਸ਼ਨ, ਇਸ ਕਹਾਣੀ ਵਿੱਚ ਕਿਹੜੀ ਸਾਂਝ ਦਾ ਜ਼ਿਕਰ ਹੋਇਆ ਹੈ। ਉੱਤਰ ਮਨੁੱਖ ਦੇ ਅੰਦਰ ਦੁਖੀ ਤੇ ਮੁਹਤਾਜ ਆਦਮੀ ਲਈ ਸੰਵੇਦਨਸ਼ੀਲਤਾ ਤੇ ਹਮਦਰਦੀ ਦੀ ਸਾਂਝ ਦਾ ਜ਼ਿਕਰ ਹੋਇਆ ਹੈ। ਅਗਲਾ ਪ੍ਰਸ਼ਨ, ਸਾਂਝ ਕਹਾਣੀ ਵਿੱਚ ਆਏ ਮੁੱਖ ਪਾਤਰ ਪ੍ਰੋਫੈਸਰ ML ਮਲਹੋਤਰਾ ਅਤੇ ਚੀਰੇਵਾਲਾ ਸਾਈਕਲ ਸਵਾਰ ਅਤੇ ਬੁੱਢੀ ਮਾਈ ਹਨ, ਸਹੀ ਜਾਂ ਗਲਤ। ਉੱਤਰ ਹੈ ਸਹੀ। ਸਾਂਝ ਕਹਾਣੀ ਦੇ ਕਹਾਣੀਕਾਰ ਦਾ ਕੀ ਨਾਮ ਹੈ। ਸੁਜਾਨ ਸਿੰਘ। ਨੀਲੀ ਕਹਾਣੀ ਦੇ ਕਹਾਣੀਕਾਰ ਦਾ ਕੀ ਨਾਮ ਹੈ। ਕਰਤਾਰ ਸਿੰਘ ਦੁੱਗਲ। ਪਹਿਲਾ ਪ੍ਰਸ਼ਨ ਜੀ ਇਸ ਕਹਾਣੀ ਦਾ, ਲੇਖਕ ਦੀ ਤ੍ਰੀਮਤ ਨੇ ਗਵਾਲੇ ਨਾਲ ਕਿਹੜੀਆਂ-ਕਿਹੜੀਆਂ ਸ਼ਰਤਾਂ ਤੈਅ ਕੀਤੀਆਂ ਸਨ। ਉੱਤਰ ਨੀਲੀ ਨੂੰ ਦਾਣਾ ਪਾਉਣਾ, ਖਲ ਤੇ ਵੜੇਵੇਂ ਚਾਰੇ ਤੇ ਉਹਨਾਂ ਦੇ ਸਾਹਮਣੇ ਦੁੱਧ ਚੋ ਕੇ ਉਹਨਾਂ ਨੂੰ ਦੇਵੇ। ਅਗਲਾ ਪ੍ਰਸ਼ਨ, ਲੇਖਕ ਦੀ ਤ੍ਰੀਮਤ ਨੇ ਨੀਲੀ ਨੂੰ ਇਸ ਕਰਕੇ ਪਸੰਦ ਕੀਤਾ ਸੀ ਕਿਉਂਕਿ ਨੰਬਰ 1 ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ, ਜਾਂ ਫਿਰ ਨੀਲੀ ਦੁੱਧ ਬਹੁਤ ਜ਼ਿਆਦਾ ਦਿੰਦੀ ਸੀ। ਇਹਨਾਂ ਵਿੱਚੋਂ ਕਿਹੜੀ ਆਪਸ਼ਨ ਸਹੀ ਆ। ਪਹਿਲੀ ਆ ਜੀ ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ। ਅਗਲਾ ਸਵਾਲ, ਨੀਲੀ ਦੀ ਵੱਛੀ ਦੀ ਸ਼ਕਲ ਨਿਰੀ ਪੂਰੀ ਨੀਲੀ ਵਰਗੀ ਸੀ, ਸਹੀ ਜਾਂ ਗਲਤ। ਉੱਤਰ ਹੈ ਸਹੀ। ਨੀਲੀ ਦੀ ਵੱਛੀ ਮਰ ਗਈ ਸੀ ਕਿਉਂਕਿ ਨੰਬਰ 1 ਗਵਾਲਾ ਉਸ ਨੂੰ ਚਾਰਾ ਨਹੀਂ ਖਵਾਉਂਦਾ ਸੀ, ਜਾਂ ਫਿਰ ਗਵਾਲਾ ਉਸ ਲਈ ਚੂਲੀ ਭਰ ਵੀ ਦੁੱਧ ਨਹੀਂ ਸੀ ਛੱਡਦਾ। ਇਹਦਾ ਜਿਹੜਾ ਦੂਜੀ ਆਪਸ਼ਨ ਉਹ ਸਹੀ ਆ ਜੀ, ਗਵਾਲਾ ਉਸ ਲਈ ਚੂਲੀ ਭਰ ਦੁੱਧ ਵੀ ਨਹੀਂ ਸੀ ਛੱਡਦਾ। ਸਾਡੇ ਕੋਲ ਤੀਜੀ ਕਹਾਣੀ ਹੈ ਆਪਣਾ ਦੇਸ਼। ਆਪਣਾ ਦੇਸ਼ ਕਹਾਣੀ ਦੇ ਕਹਾਣੀਕਾਰ ਦਾ ਕੀ ਨਾਮ ਹੈ। ਉੱਤਰ ਹੈ ਜੀ ਸੰਤੋਖ ਸਿੰਘ ਧੀਰ। ਅਗਲਾ ਪ੍ਰਸ਼ਨ, ਦੋਵੇਂ ਭਰਾ ਭਾਰਤ ਨੂੰ ਕਿੰਝ ਵੇਖ ਰਹੇ ਸਨ। ਉੱਤਰ ਹੈ ਜੀ ਓਪਰਿਆਂ ਵਾਂਗ। ਅਗਲਾ ਪ੍ਰਸ਼ਨ, ਨਿਰੰਜਨ ਸਿੰਘ ਆਪਣੇ ਮੁੰਡਿਆਂ ਨੂੰ ਭਾਰਤ ਕਿਉਂ ਲੈ ਕੇ ਆਇਆ ਸੀ। ਨੰਬਰ 1 ਉਹ ਚਾਹੁੰਦਾ ਸੀ ਕਿ ਉਸ ਦੇ ਬੱਚੇ ਆਪਣੀ ਮਾਤ ਭੂਮੀ ਨਾਲ ਜੁੜਨ, ਜਾਂ ਫਿਰ ਨੰਬਰ 2 ਉਹ ਉਹਨਾਂ ਨੂੰ ਭਾਰਤ ਦਰਸ਼ਨ ਕਰਵਾਉਣਾ ਚਾਹੁੰਦਾ ਸੀ। ਇਹਨਾਂ ਦੇ ਵਿੱਚੋਂ ਕਿਹੜਾ ਸਹੀ ਆ। ਪਹਿਲਾ ਨੰਬਰ, ਉਹ ਚਾਹੁੰਦਾ ਸੀ ਕਿ ਉਸ ਦੇ ਬੱਚੇ ਆਪਣੀ ਮਾਤ ਭੂਮੀ ਨਾਲ ਜੁੜਨ।
ਅਗਲਾ ਪ੍ਰਸ਼ਨ, ਨਿਰੰਜਨ ਸਿੰਘ ਦੇ ਮੁੰਡਿਆਂ ਦੇ ਨਾਂ ਹਰਿੰਦਰ ਅਤੇ ਗੁਰਿੰਦਰ ਸਨ, ਸਹੀ ਜਾਂ ਗਲਤ? ਇਹਦਾ ਜਵਾਬ ਸਹੀ। ਹਰਿੰਦਰ ਤੇ ਗੁਰਿੰਦਰ ਸਨ, ਜਿਨ੍ਹਾਂ ਨੂੰ ਸੰਖੇਪ ਵਿੱਚ ਜਾਂ ਛੋਟੇ ਨਾਮ ਉਹਨਾਂ ਦੇ ਹੈਰੀ ਤੇ ਗੈਰੀ ਸਨ। ਇਹਦਾ ਜਵਾਬ ਸਹੀ ਆਉਣਾ, ਇੱਥੇ ਗਲਤ ਲਿਖਿਆ ਹੋਇਆ। ਅਗਲਾ ਪ੍ਰਸ਼ਨ, ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਪਣੀ ਸੰਤਾਨ ਬਾਰੇ ਕੀ ਚਿੰਤਾ ਕਰਦੇ ਹਨ? ਉੱਤਰ ਹੈ ਜੀ ਕਿ ਉਹ ਆਪਣੀ ਬੋਲੀ ਤੇ ਸੱਭਿਆਚਾਰ ਤੋਂ ਦੂਰ ਨਾ ਚਲੇ ਜਾਣ। ਮਤਲਬ ਉਹ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਆਪਣੀ ਬੋਲੀ ਤੇ ਸੱਭਿਆਚਾਰ ਦੇ ਨਾਲ ਜੁੜੇ ਰਹਿਣ। ਅਗਲਾ ਪ੍ਰਸ਼ਨ, ਇਹਨਾਂ ਦਾ ਦੇਸ਼ ਇਹ ਹੈ ਵੀ ਨਹੀਂ, ਇਹਨਾਂ ਦਾ ਦੇਸ਼ ਕੈਨੇਡਾ ਹੈ। ਮੇਜ਼ਬਾਨ ਨੇ ਇਹ ਸ਼ਬਦ ਕਿਉਂ ਕਹੇ? ਉੱਤਰ ਹੈ ਜੀ ਕਿਉਂਕਿ ਉਹ ਬਚਪਨ ਤੋਂ ਹੀ ਕੈਨੇਡਾ ਵਿੱਚ ਪਲੇ ਸਨ। ਅਗਲਾ ਪ੍ਰਸ਼ਨ, ਕਹਾਣੀ ਦੇ ਅੰਤ ਵਿੱਚ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਅਤੇ ਪੁੱਤਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਕਿਉਂ ਸੀ? ਉੱਤਰ, ਪਿਤਾ ਆਪਣੇ ਦੇਸ਼ ਭਾਰਤ ਨੂੰ ਛੱਡ ਕੇ ਜਾ ਰਿਹਾ ਸੀ ਅਤੇ ਪੁੱਤਰ ਆਪਣੇ ਦੇਸ਼ ਕੈਨੇਡਾ ਨੂੰ ਜਾ ਰਹੇ ਸਨ। ਸਾਡੇ ਕੋਲ ਅਗਲੀ ਕਹਾਣੀ ਹੈ ਜੀ ਮਾੜਾ ਬੰਦਾ। ਮਾੜਾ ਬੰਦਾ ਕਹਾਣੀ ਦੇ ਕਹਾਣੀਕਾਰ ਦਾ ਨਾਮ ਦੱਸੋ। ਉੱਤਰ ਹੈ ਜੀ ਪ੍ਰੇਮ ਪ੍ਰਕਾਸ਼। ਅਗਲਾ ਸਵਾਲ, ਮਾੜਾ ਬੰਦਾ ਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ? ਨੰਬਰ 1 ਰਿਕਸ਼ੇ ਵਾਲਾ, ਜਾਂ ਫਿਰ ਲੇਖਕ ਦੀ ਪਤਨੀ, ਜਾਂ ਫਿਰ ਲੇਖਕ। ਸਾਡੇ ਕੋਲ ਚੌਥੀ ਆਪਸ਼ਨ ਹੈ ਜੀ ਤਿੰਨਾਂ ਵਿੱਚੋਂ ਕੋਈ ਵੀ ਨਹੀਂ। ਇਹਨਾਂ ਵਿੱਚੋਂ ਕੋਈ ਇੱਕ ਆਪਸ਼ਨ ਚੁਣਨੀ ਆ। ਚੌਥੀ ਆਪਸ਼ਨ ਤਿੰਨਾਂ ਵਿੱਚੋਂ ਕੋਈ ਵੀ ਨਹੀਂ। ਅਗਲਾ ਸਵਾਲ, ਲੇਖਕ ਦੀ ਪਤਨੀ ਬੇਚੈਨ ਸੀ ਕਿਉਂਕਿ ਨੰਬਰ 1 ਰਿਕਸ਼ੇ ਵਾਲੇ ਨੇ ਪੈਸੇ ਵਗਾਹ ਮਾਰੇ ਸਨ, ਜਾਂ ਨੰਬਰ 2 ਉਸ ਨੇ ਰਿਕਸ਼ੇ ਵਾਲੇ ਨੂੰ ਤੈਅ ਕੀਤੇ ਪੈਸਿਆਂ ਤੋਂ ਘੱਟ ਪੈਸੇ ਦਿੱਤੇ ਸਨ। ਇਹਦਾ ਜਵਾਬ ਹੈ ਜੀ ਨੰਬਰ 1 ਰਿਕਸ਼ੇ ਵਾਲੇ ਨੇ ਪੈਸੇ ਵਗਾਹ ਮਾਰੇ ਸਨ। ਅਗਲਾ ਸਵਾਲ, ਲੇਖਕ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ? ਉੱਤਰ ਹੈ ਜੀ ਭੂਆ ਦੇ ਪੁੱਤਰ ਨੂੰ। ਅਗਲਾ ਸਵਾਲ, ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਕਿਉਂ ਹੋਇਆ? ਪੁਆਇੰਟ 1 ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸੇ ਮੰਗਦਾ ਸੀ, ਜਾਂ ਪੁਆਇੰਟ 2 ਕਿਉਂਕਿ ਰਿਕਸ਼ੇ ਵਾਲੇ ਨੇ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗੇ ਸੀ। ਇਹਨਾਂ ਵਿੱਚੋਂ ਨੰਬਰ 2 ਜਿਹੜਾ ਪੁਆਇੰਟ 2 ਆ ਉਹ ਸਹੀ ਆ। ਉੱਤਰ ਹੈਗਾ ਜੀ ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ। ਅਗਲਾ ਪ੍ਰਸ਼ਨ, ਰਿਕਸ਼ੇ ਵਾਲੇ ਨੇ ਪੈਸੇ ਕਿਉਂ ਵਗਾਹ ਮਾਰੇ? ਉੱਤਰ ਹੈ ਜੀ ਕਿਉਂਕਿ ਉਹ ਵੱਧ ਪੈਸੇ ਲੈਣੇ ਚਾਹੁੰਦਾ ਸੀ। ਸਾਡੇ ਕੋਲ ਪੰਜਵੀਂ ਕਹਾਣੀ ਹੈ ਜੀ ਘਰ ਜਾ ਆਪਣੇ। ਘਰ ਜਾ ਆਪਣੇ ਕਹਾਣੀ ਦੇ ਕਹਾਣੀਕਾਰ ਦਾ ਕੀ ਨਾਮ ਹੈ? ਉੱਤਰ ਗੁਲਜ਼ਾਰ ਸਿੰਘ ਸੰਧੂ। ਅਗਲਾ ਪ੍ਰਸ਼ਨ, ਵਿਆਹ ਇਕੱਠੇ ਮਿਲ ਕੇ ਬੈਠਣ ਦਾ ਇੱਕੋ ਇੱਕ ਮੌਕਾ ਹੁੰਦਾ ਹੈ, ਕਹਾਣੀ ਅਨੁਸਾਰ ਸਹੀ ਜਾਂ ਗਲਤ? ਉੱਤਰ ਸਹੀ। ਜੀਤੋ ਦੇ ਵੀਰ ਦੀ ਵਿਆਹ ਦੇ ਘਮਸਾਨ ਵਿੱਚ ਮੱਤ ਮਾਰੀ ਗਈ ਸੀ ਕਿਉਂਕਿ ਨੰਬਰ 1 ਇੱਕ ਕੰਮ ਮੁੱਕਦਾ ਸੀ, ਦੂਜਾ ਉਸ ਲਈ ਤਿਆਰ ਹੁੰਦਾ ਸੀ, ਜਾਂ ਫਿਰ ਨੰਬਰ 2 ਉਸ ਦੀ ਮਦਦ ਕਰਨ ਵਾਲਾ ਘਰ ਵਿੱਚ ਹੋਰ ਕੋਈ ਨਹੀਂ ਸੀ। ਪਹਿਲੀ ਆਪਸ਼ਨ ਪਹਿਲਾ ਨੰਬਰ ਸਹੀ ਆ ਜੀ। ਇਹਨਾਂ ਵਿੱਚੋਂ ਕੋਈ ਇੱਕ ਚੁਣਨੀ ਆ। ਉੱਤਰ ਇੱਕ ਕੰਮ ਮੁੱਕਦਾ ਸੀ, ਦੂਜਾ ਉਸ ਲਈ ਤਿਆਰ ਹੁੰਦਾ ਸੀ। ਅਗਲਾ ਪ੍ਰਸ਼ਨ, ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਕਿਹੜਾ ਤਰੀਕਾ ਲੱਭ ਲਿਆ? ਉੱਤਰ ਜੀਤੋ ਦਾ ਵਿਆਹ ਕਰਨ ਦਾ। ਅਗਲਾ ਪ੍ਰਸ਼ਨ, ਜੀਤੋ ਦੀ ਗੂੜੀ ਸਹੇਲੀ ਨੇ ਜੀਤੋ ਦੇ ਵੀਰ ਨੂੰ ਰੋ ਕੇ ਕੀ ਕਿਹਾ? ਉੱਤਰ ਹੈ ਕਿ ਉਹ ਸਹੁਰੇ ਜਾ ਰਹੀ ਜੀਤੋ ਨਾਲ ਆਪ ਜਾਏ। ਅਗਲਾ ਪ੍ਰਸ਼ਨ, ਜੀਤੋ ਦੇ ਵੀਰ ਨੂੰ ਗੱਚ ਕਿਸ ਗੱਲ ਕਰਕੇ ਆ ਗਿਆ? ਗੱਚ ਆਉਣਾ ਮਤਲਬ ਰੋਣ ਹਾਕਾ ਹੋਣਾ। ਉੱਤਰ ਹੈ ਜੀ ਸਹੁਰੇ ਘਰ ਵਿੱਚ ਜੀਤੋ ਦੀ ਸਥਿਤੀ ਬਾਰੇ ਸੋਚ ਕੇ। ਸਾਡੇ ਕੋਲ ਆਖਰੀ ਕਹਾਣੀ ਹੈ ਜੀ ਸਤੀਆਂ ਸੇਈ। ਸਤੀਆਂ ਸੇਈ ਕਹਾਣੀ ਦੀ ਕਹਾਣੀਕਾਰਾ ਦਾ ਕੀ ਨਾਮ ਹੈ? ਉੱਤਰ ਦਲੀਪ ਕੌਰ ਟਿਵਾਣਾ। ਅਗਲਾ ਸਵਾਲ, ਗੱਡੀ ਵਿੱਚ ਅੰਨਾ ਮੰਗਤਾ ਕਿਸ ਬਾਰੇ ਗੀਤ ਗਾ ਰਿਹਾ ਸੀ? ਜਵਾਬ ਸ਼ਹੀਦ ਭਗਤ ਸਿੰਘ ਤੇ ਉਸ ਦੀ ਮੰਗੇਤਰ ਬਾਰੇ। ਅਗਲਾ ਪ੍ਰਸ਼ਨ, ਗੀਤ ਸੁਣਨ ਉਪਰੰਤ ਲੇਖਕਾਂ ਦੇ ਮਨ ਵਿੱਚ ਕਿਸ ਬਾਰੇ ਖਿਆਲ ਆਉਣ ਲੱਗੇ ਸਨ? ਉੱਤਰ ਭਗਤ ਸਿੰਘ ਦੀ ਮੰਗੇਤਰ ਬਾਰੇ। ਅਗਲਾ ਸਵਾਲ, ਭਗਤ ਸਿੰਘ ਦੀ ਮੰਗੇਤਰ ਨੇ ਸਾਹਸ ਨਾਲ ਕਿਹੜੇ-ਕਿਹੜੇ ਕੰਮ ਕੀਤੇ? ਉੱਤਰ ਮਿਹਨਤ ਮਜ਼ਦੂਰੀ ਵਾਲੇ ਸਾਰੇ ਕੰਮ ਕੀਤੇ।
ਅਗਲਾ ਸਵਾਲ, ਲੇਖਕ ਦਾ ਮਨ ਭਗਤ ਸਿੰਘ ਦੀ ਮੰਗੇਤਰ ਦੇ ਪੈਰ ਛੂਹਣ ਲਈ ਕਿਉਂ ਕੀਤਾ? ਉੱਤਰ, ਉਸ ਦਾ ਸਾਹਸ ਤੇ ਸਿਰੜ ਵੇਖ ਕੇ। ਸਾਡੇ ਕੋਲ ਆਖਰੀ ਸਵਾਲ ਹੈ ਜੀ, ਭਗਤ ਸਿੰਘ ਦੀ ਮੰਗੇਤਰ ਲੇਖਕਾਂ ਦੀ ਕਿਹੜੀ ਗੱਲੋਂ ਤਰਪਕ ਪਈ ਸੀ? ਇਹਦਾ ਜਵਾਬ ਹੈ, ਜਦੋਂ ਉਸਨੇ ਕਿਹਾ ਸੀ ਰੱਬ ਤੈਨੂੰ ਲੰਮੀ ਉਮਰ ਦੇਵੇ, ਤਾਂ ਭਗਤ ਸਿੰਘ ਦੀ ਮੰਗੇਤਰ ਇੱਕਦਮ ਤਰਪਕ ਪਈ ਸੀ। ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਲੈਕਚਰ ਇੱਥੇ ਸਮਾਪਤ ਹੁੰਦਾ ਹੈ। ਇਸ ਲਿੰਕ ਨੂੰ, ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰੋ। ਸਤਿ ਸ੍ਰੀ ਅਕਾਲ।